ਪ੍ਰਾਈਮ ਟਾਈਮ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਤਹਿਜ਼ੀਬ ਦੀ। ਸਿਆਣੇ ਕਹਿੰਦੇ ਨੇ ਲੜ ਲਓ ਪਰ ਤਹਿਜ਼ੀਬ ਨਾਲ, ਸਿਆਸਤ ਕਰ ਲਓ ਪਰ ਤਹਿਜ਼ੀਬ ਨਾਲ, ਇੱਕ ਦੂਜੇ ਤੇ ਨਿਸ਼ਾਨੇ ਸਾਧ ਲਓ ਪਰ ਜ਼ਰਾ ਤਹਿਜ਼ੀਬ ਨਾਲ। ਪਰ ਸੂਬੇ ਦੀ ਸਿਆਸਤ ਦੇ ਵਿੱਚ ਤਹਿਜ਼ੀਬ ਸ਼ਬਦ ਸ਼ਾਇਦ ਬਹੁਤ ਪਿੱਛੇ ਰਹਿ ਚੁੱਕਾ ਹੈ ਤੇ ਨਾਨ ਸਟਾਪ ਟਿੱਪਣੀਆਂ ਦੇ ਵਿਚਾਲੇ ਬ੍ਰੇਕਲੈਸ ਜ਼ੁਬਾਨ ਸਭ ਦੀ ਹੋ ਰੱਖੀ ਹੈ। ਸਾਡੇ ਸਮੇਂ ਤੁਹਾਡੇ ਸਮੇਂ, ਸਰਕਾਰਾਂ ਦੀ ਗੱਲ ਕਰ ਰਹੇ ਹਾਂ, ਉਹ ਕਹਿੰਦੇ ਸਾਡੀ ਸਰਕਾਰ ਤੁਹਾਡੀ ਸਰਕਾਰ। ਸਾਡੇ ਸਮੇਂ ਤੁਹਾਡੇ ਸਮੇਂ ਤੋਂ ਗੱਲ ਅੱਗੇ ਵੱਧ ਚੁੱਕੀ ਹੈ ਤੇ ਪਹੁੰਚ ਚੁੱਕੀ ਹੈ ਤੁਹਾਡੇ ਪਰਿਵਾਰ, ਤੁਹਾਡੇ ਵਿਆਹ ਤੱਕ। ਤਾਂ ਅੱਜ ਚਰਚਾ ਕਿ ਆਖਿਰ ਕਿਉਂ ਸਿਆਸਤ ਦੇ ਵਿੱਚ ਬਿਆਨਾਂ ਦਾ ਮਿਆਰ ਡਿੱਗਦਾ ਜਾ ਰਿਹਾ ਹੈ, ਡੂੰਘਾ ਹੁੰਦਾ ਜਾ ਰਿਹਾ ਹੈ। ਕਿਉਂ ਬੋਲਣ ਤੋਂ ਪਹਿਲਾਂ ਤੋਲਣ ਵਾਲੀ ਗੱਲ ਸਿਆਸਤਦਾਨ ਭੁੱਲਦੇ ਜਾ ਰਹੇ ਨੇ। ਅੱਜ ਚਰਚਾ ਬਹੁਤ ਤਿੱਖੇ ਮੁੱਦੇ ਉੱਤੇ ਹੈ, ਪਰ ਕੋਸ਼ਿਸ਼ ਕਰਾਂਗੇ ਕਿ ਅੱਜ ਚਰਚਾ ਕਰੀਏ ਪਰ ਜ਼ਰਾ ਤਹਿਜ਼ੀਬ ਨਾਲ। एक जून ਨੂੰ ਜਲੰਧਰ ਤੋਂ ਇੱਕ ਮੰਚ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਵਿਰੋਧੀ ਪਾਰਟੀਆਂ ਇੱਕ ਮੰਚ ਤੇ ਵੇਖਣ ਨੂੰ ਮਿਲੀਆਂ। ਆਪਣੀਆਂ ਤਕਰੀਰਾਂ ਦੇ ਵਿੱਚ ਸੀਐਮ ਮਾਨ ਨੂੰ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਤੇ ਲਿਆ ਗਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਡਾਇਰੈਕਟ ਅਟੈਕ ਕੀਤਾ ਤੇ ਇੱਕ ਬਿਆਨ ਦਾ ਜਵਾਬ ਦਿੱਤਾ ਹੈ ਤੇ ਸਿੱਧਾ ਚੈਲੰਜ ਕਰ ਦਿੱਤਾ ਹੈ ਕਿ ਆਓ ਬੈਠ ਕੇ ਪੰਜਾਬ ਦੇ ਲੁੱਟੇ ਪੈਸੇ ਦਾ ਹਿਸਾਬ ਕਰੀਏ। ਹੁਣ ਇਹਨਾਂ ਦੀਆਂ ਚਿੱਠੀਆਂ ਤੇ ਚਿੱਠੇ ਨਿਕਲਣਗੇ ਤੇ ਇੱਕ ਗੱਲ ਜਨਤਕ ਕਰਨ ਦੀ ਗੱਲ ਕਹਿ ਦਿੱਤੀ। आओ मेरे नाल तुसीं हिसाब करो जो पंजाब दा पैसा तुसीं लुट्टिया, जो तुसीं खजाना लुट्टिया, जो पंजाबियों दी जिंदगियां बर्बाद कीतियां। आओ हिसाब करिए आपां। बैठो तुसीं मेरे कोल इकट्ठे हो, आ जाओ। मेरे मूहरे तो खड़दे नहीं। उदों जदों विधान सभा चलदी है कांग्रेस दा मता ही पा लैंदे, जदों भगवंत मान आ गया असीं चले जावांगे। मैं चले जाओ, मैं कहना। सीएम ने जलंधर वाले इकट्ठ ਨੂੰ ਲੈ ਕੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਖਿਲਾਫ ਵਿਰੋਧੀ ਜਲੰਧਰ ਦੇ ਵਿੱਚ ਇਕੱਠੇ ਹੋ ਗਏ। ਇਹਨਾਂ ਦੀ ਲੜਾਈ ਪੰਜਾਬ ਦੀ ਨਹੀਂ कुर्सी दी है। जलंधर सारे इकट्ठे देखे गए, कुछ तो वो भी देखे गए जेड़े लुप्त हो गए सी, जेड़े कदे देखे ही नहीं सी, वो भी उत्थे बैठे सी। जो ऊड़ा आड़ा 35 इकट्ठी कीठी, अमता पार्टी, खमता पार्टी, लमता पार्टी, सब उत्थे जाके इकट्ठे हो गए। इकट्ठे होके की कहा उन्होंने? भगवंत मान नूं गालां, सारे भगवंत मान नूं गालां। ਜਦੋਂ ਜਲੰਧਰ ਵਾਲੇ ਇਕੱਠ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸੀਐਮ ਮਾਨ ਤੇ ਨਿੱਜੀ ਹਮਲਾ ਬੋਲਿਆ ਤਾਂ ਅੱਗੋਂ ਮੁੱਖ ਮੰਤਰੀ ਨੇ ਵੀ ਉਸੇ ਹੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ। ਤੇ ਅੱਜ ਇਹ ਮਜਨੂ ਮਾਨ ਬਦਲਾਵ ਕਰਨ ਚੱਲਿਆ ਸੀਗਾ, ਸਵਾਏ ਘਰ ਵਾਲੀ ਦੇ ਬਦਲਿਆ ਕੀ ਇਹਨੇ? ਇਹਦਾ ਨਾਂ ਰੱਖਿਆ ਮਜਨੂ ਮਾਨ। ਡਿੱਗਿਆ ਇਹ ਜੀ ਥਾਂ ਦੇ ਉੱਤੇ ਹੈ। ਸਾਡੇ ਕ੍ਰਿਕਟ 'ਚ ਹੁੰਦਾ ਸੀ GTU, ਉਹਦਾ ਮਤਲਬ ਗਿਰਿਆ ਤਾਂ ਵੀ ਟੰਗ ਉੱਤੇ। ਇਹ ਉਹੀ GTU ਆ ਅੱਜ। मैं तो फिर जवाब इदां ही दूं उन्हां दी भाषा च। ਉਹ ਕੀ ਕਹਿੰਦਾ ਸੀ? ਭਗਵੰਤ ਮਾਨ ਨੇ ਬਦਲਾ ਲਿਆਉਣਾ ਸੀ। 1.25 ਸਾਲ ਹੋ ਗਿਆ। ਭਗਵੰਤ ਮਾਨ ਨਾਲ ਕੀ ਬਦਲਾ ਲਿਆਂਦਾ ਹੈ? ਸਿਰਫ ਪਤਨੀ ਬਦਲੀ ਹੈ ਆ ਕਿਹਾ ਸੀ ਨਾ। ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦਦਾਸ਼ਤ ਕਮਜ਼ੋਰ ਹੋਣੀ, ਤੁਸੀਂ ਵੀ ਦੂਜੀ ਪਤਨੀ ਦੀ ਬੇਟੇ ਹੋ। ਜੇ ਤੁਹਾਡਾ ਬਾਪੂ ਤੁਹਾਡੇ ਘਰੇ ਬਦਲਾ ਨਾ ਲਿਆਉਂਦਾ ਤੁਸੀਂ ਦੁਨੀਆ ਤੇ ਨਹੀਂ ਆਉਣਾ ਸੀ। ਆ ਜਾਓ। ਔਰ ਜਿਹਨੂੰ ਸੁਣਾ ਰਿਹਾ ਸੀ, ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ, ਉਹ ਬੈਠਾ ਸੀ ਹਮਦਰਦ। ਉਹਦੇ ਬਾਪੂ ਦੇ ਵੀ ਦੋ ਨੇ। ਆਪਦੀ ਸਟੈਨੋ ਨਾਲ ਹੀ ਵਿਆਹ ਕਰਾ ਲਿਆ ਸੀ। ਜਦੋਂ ਵਾਰ ਤੇ ਪਲਟਵਾਰ ਹੋਇਆ, ਨਿੱਜੀ ਹਮਲਿਆਂ ਦਾ ਜਵਾਬ ਉਸੇ ਭਾਸ਼ਾ ਵਿੱਚ ਦਿੱਤਾ ਗਿਆ ਤਾਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਸਿਆਸਤਦਾਨਾਂ ਨੂੰ ਨਸੀਹਤ ਦਿੱਤੀ। ਰਵਨੀਤ ਬਿੱਟੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਹ ਮੌਕਾ ਹੈ ਕਿ ਪਰਿਵਾਰਾਂ ਨੂੰ ਲੈ ਕੇ ਚਿੱਕੜ ਉਛਾਲਣਾ ਬੰਦ ਕਰੀਏ ਤੇ ਪੰਜਾਬ ਦੀ ਤਰੱਕੀ ਸਾਡੀ ਤਰਜੀਹ ਹੋਵੇ। ਪੰਜਾਬ ਦੀ ਤਰੱਕੀ, ਖੁਸ਼ਹਾਲੀ ਤੇ ਉન્નਤੀ ਸਾਡੇ ਬਿਆਨਾਂ 'ਚੋਂ ਝਲਕਣੀ ਚਾਹੀਦੀ ਹੈ। ਸਿਆਸਤ ਦਾ ਪੱਧਰ ਨੀਵਾਂ ਕਰਨ ਦੀ ਥਾਂ ਉੱਚਾ ਚੁੱਕਣ ਦੇ ਵਿੱਚ ਯੋਗਦਾਨ ਦਈਏ। ਖੈਰ ਰਵਨੀਤ ਬਿੱਟੂ ਨਸੀਹਤ ਦੇ ਰਹੇ ਨੇ, ਪਰ ਦੂਜੇ ਪਾਸੇ ਪੰਜਾਬ ਦੀ ਸਿਆਸਤ
ਨਿੱਜੀ ਹਮਲਿਆਂ ਦੁਆਲੇ ਘੁੰਮ ਰਹੀ ਹੈ। ਪਰ ਇਸ ਦੇ ਵਿਚਾਲੇ ਇਖਲਾਕ ਤੋਂ ਗਿਰੀ ਭਾਸ਼ਾ ਦੇ ਦੌਰ ਦੇ ਵਿੱਚ ਸਿਆਸਤਦਾਨਾਂ ਨੂੰ ਤਹਿਜ਼ੀਬ ਦੇ ਨਾਲ ਗੱਲ ਕਰਨੀ ਕਦੋਂ ਆਵੇਗੀ, ਇਹ ਸਵਾਲ ਬਰਕਰਾਰ ਹੈ। ਮੋਹਾਲੀ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੋਣੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਲੋਕ ਘਰਾਂ ਦੇ ਵਿੱਚ ਬੈਠ ਕੇ ਬਿਆਨ ਸੁਣ ਰਹੇ ਹੋਣਗੇ ਤੇ ਕਈ ਵਾਰ ਤਾਂ ਐਵੇਂ ਵੀ ਲੱਗ ਰਿਹਾ ਹੈ ਕਿ ਪੋਲੀਟੀਕਲ ਬਿਆਨਬਾਜ਼ੀ ਦੇ ਵਿਚਾਲੇ ਕਈਆਂ ਨੂੰ ਚੈਨਲ ਚੇਂਜ ਕਰਨਾ ਪੈਂਦਾ ਹੋਏਗਾ ਕਿਉਂਕਿ ਘਰ ਦੇ ਵਿੱਚ ਸਾਰੇ ਬੈਠੇ ਹੁੰਦੇ ਨੇ, ਆਪਣੀਆਂ ਘਰ ਦੇ ਭੈਣਾਂ ਬੈਠੀਆਂ ਹੁੰਦੀਆਂ ਨੇ, ਹੋਰ ਜਿਹੜੇ ਪਰਿਵਾਰਕ ਮਾਤਾ ਬੈਠੀ ਹੁੰਦੀ ਹੈ, ਤਾਂ ਉਹ ਸਟੇਜ ਦੇ ਉੱਤੇ ਤਾਂ ਸਿਆਸਤ ਨਹੀਂ ਪਹੁੰਚ ਗਈ। ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਵੀ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਜਾਂ ਨਹੀਂ ਰੱਖਿਆ ਜਾ ਰਿਹਾ। ਟਿੱਪਣੀਆਂ ਕਰਨ ਦੇ ਸਮੇਂ ਇਹ ਆਖਿਰ ਕਿਉਂ ਹੋ ਰਿਹਾ ਹੈ, ਰੁਕੇਗਾ ਕਿਵੇਂ, ਬਹੁਤ ਸਾਰੇ ਸਵਾਲ ਨੇ। ਆਪਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਡਿਬੇਟ ਪੁਆਇੰਟਸ ਜਿਨ੍ਹਾਂ ਦੇ ਉੱਤੇ ਚਰਚਾ ਪੂਰੀ ਅੱਜ ਦੀ ਕੇਂਦਰਿਤ ਰਹੇਗੀ। ਇੱਕ ਚੀਜ਼ ਬਹੁਤ ਕਲੀਅਰ ਨਜ਼ਰ ਆ ਰਹੀ ਹੈ ਕਿ ਬਿਆਨ ਨੇ ਬ੍ਰੇਕਲੈਸ ਡਿਬੇਟ ਪੁਆਇੰਟਸ ਦੇ ਉੱਤੇ ਆਉਣਾ ਹੈ। ਬ੍ਰੇਕਲੈਸ ਬਿਆਨਾਂ ਦੇ ਵਿਚਾਲੇ ਪੁਆਇੰਟ ਨੰਬਰ 1 ਜਿਹੜਾ ਡਿਬੇਟ ਪੁਆਇੰਟਸ ਦੇ ਵਿੱਚ ਰਹੇਗਾ, ਪੁਆਇੰਟ ਨੰਬਰ 1 ਕਿ ਪਰਿਵਾਰਾਂ ਤੇ ਟਿੱਪਣੀਆਂ ਕਿਉਂ, ਪਰਿਵਾਰਾਂ ਦੇ ਘਰਦਿਆਂ ਦਾ ਜ਼ਿਕਰ ਕਿਉਂ ਹੋ ਰਿਹਾ ਹੈ ਸਿਆਸੀ ਸਟੇਜਾਂ ਦੇ ਉੱਤੇ, ਕਿ ਬਾਕੀ ਇਸ ਦੀ ਜ਼ਰੂਰਤ ਹੈ, ਇਸ ਦੇ ਨਾਲ ਕਿਸੇ ਨੂੰ ਵੋਟਾਂ ਮਿਲ ਜਾਣਗੀਆਂ, ਪੰਜਾਬ ਦਾ ਕੋਈ ਭਲਾ ਹੋ ਜਾਏਗਾ। ਸਿੱਧਾ ਸਪਸ਼ਟ ਜਵਾਬ ਹੋਏਗਾ ਨਹੀਂ, ਤਾਂ ਫਿਰ ਟਿੱਪਣੀਆਂ ਕਿਉਂ। ਦੂਜਾ ਪੁਆਇੰਟ ਆਏਗਾ ਡਿਬੇਟ ਪੁਆਇੰਟ ਜਿਹੜਾ ਹੈਗਾ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਚਰਚਾ ਕਰ ਰਹੇ ਹਾਂ, ਪਰਿਵਾਰਾਂ ਤੇ ਟਿੱਪਣੀਆਂ ਕਿਉਂ ਨੇ, ਔਰ ਇਸ ਸਭ ਦੇ ਵਿਚਾਲੇ ਜਿਹੜਾ ਦੂਜਾ ਅਹਿਮ ਪੁਆਇੰਟ ਹੈ ਕਿ ਨਿੱਜੀ ਟਿੱਪਣੀਆਂ ਰੁਕਣਗੀਆਂ ਕਿਵੇਂ। ਇਹ ਜਿਹੜੀਆਂ ਪਰਸਨਲ ਹੋ ਜਾਂਦੇ ਨੇ ਸਿਆਸਤਦਾਨ, ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਹੁਣ ਤਾਂ ਗੱਲ ਸਿੱਧੀ ਪਰਿਵਾਰਾਂ ਤੱਕ ਪਹੁੰਚ ਗਈ, ਇਹਨਾਂ ਦੇ ਉੱਤੇ ਫੁੱਲ ਸਟਾਪ ਕਿਵੇਂ ਲੱਗੇਗਾ, ਇਹ ਰੁਕਣਗੀਆਂ ਕਿਵੇਂ। ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਹੈ ਲਾਜ਼ਮੀ ਤੌਰ ਤੇ ਉਹ ਬਹੁਤ ਅਹਿਮ ਹੈ ਕਿ ਬਿਆਨਾਂ ਦਾ ਜਿਹੜਾ ਮਿਆਰ ਹੈ ਉਸ ਦਾ ਪੱਧਰ ਕਿਵੇਂ ਸੈੱਟ ਹੋਵੇ, ਕਿ ਇੱਕ ਬਿਨਾਂ ਕਹੇ ਇੱਕ ਲੈਵਲ ਸੈੱਟ ਕਰ ਦਿੱਤਾ ਜਾਵੇ। ਬਹੁਤ ਸਾਰੀਆਂ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਕੋਈ ਨਿਯਮ ਨਹੀਂ ਬਣੇ ਹੋਏ, ਜਿਨ੍ਹਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੁੰਦੀ ਕਿ ਤੁਸੀਂ ਇੰਨਾ ਹੀ ਬੋਲਣਾ ਜਾਂ ਤੁਸੀਂ ਇਸ ਤੋਂ ਜ਼ਿਆਦਾ ਨਹੀਂ ਬੋਲਣਾ ਜਾਂ ਇਸ ਤੋਂ ਘੱਟ ਨਹੀਂ ਬੋਲਣਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਲੋਕ ਬਿਨਾਂ ਕਹੇ ਤੇ ਹੀ ਸਮਝ ਜਾਂਦੇ ਨੇ। ਆਪਣੇ ਪਰਿਵਾਰਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਹੁੰਦਾ ਹੈ, ਪਰ ਜਦੋਂ ਸਿਆਸੀ ਟਿੱਪਣੀਆਂ ਦਾ ਮਿਆਰ ਅਲੱਗ ਲੈਵਲ ਦੇ ਉੱਤੇ ਪਹੁੰਚ ਗਿਆ ਜਾਂ ਕਹੀਏ ਕਿ ਬਹੁਤ ਹੇਠਾਂ ਆ ਗਿਆ, ਤਾਂ ਫਿਰ ਉਹ ਮਿਆਰ ਸੈੱਟ ਕਰਨ ਦੇ ਲਈ ਵੀ ਕੋਈ ਪੈਮਾਨਾ ਹੋਣਾ ਚਾਹੀਦਾ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਗਵਿੰਦਰ ਮਿੱਤਲ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਮਿੱਤਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਐਡਵੋਕੇਟ ਅਰਸ਼ਪ੍ਰੀਤ ਖੜਿਆਲ ਨੇ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਖੜਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਐਡਵੋਕੇਟ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ, ਕਲੇਰ ਸਾਹਿਬ ਸਵਾਗਤ ਹੈ। ਖੜਿਆਲ ਜੀ ਔਰ ਕਲੇਰ ਜੀ ਵੀ ਅੱਜ ਸਟੂਡੀਓ ਦੇ ਵਿੱਚ ਨੇ, ਮਿੱਤਲ ਸਾਹਿਬ ਵੀ ਸਟੂਡੀਓ 'ਚ ਨੇ। ਸਾਡੇ ਨਾਲ ਐਸਐਸ ਚੰਨੀ ਜੀ ਵੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਅੱਜ ਬਹੁਤ ਸਾਰੀਆਂ ਟਿੱਪਣੀਆਂ ਦੇ ਵਿਚਾਲੇ ਮੁੱਖ ਮੰਤਰੀ ਦੀ ਵੀ ਟਿੱਪਣੀ ਆਈ, ਪਰ ਸੀਐਮ ਨੂੰ ਇੱਕ ਤਰੀਕੇ ਨਾਲ ਟਾਰਗੇਟ ਵੀ ਕੀਤਾ ਗਿਆ। ਉੱਥੋਂ ਹੀ ਮੈਂ ਸ਼ੁਰੂ ਕਰਾਂਗਾ। ਗਵਿੰਦਰ ਮਿੱਤਲ ਜੀ, ਸਟਾਰਟਿੰਗ ਤੁਹਾਡੇ ਤੋਂ। ਪੁਆਇੰਟ ਇਹ ਹੈ ਕਿ ਟਿੱਪਣੀਆਂ ਤਾਂ ਸਾਰੇ ਪਾਸੇ ਤੋਂ ਹੋ ਰਹੀਆਂ ਨੇ, ਔਰ ਇਹਨਾਂ ਟਿੱਪਣੀਆਂ ਨੂੰ ਆਮ ਆਦਮੀ ਪਾਰਟੀ ਕਿਵੇਂ ਦੇਖ ਰਹੀ ਹੈ ਕਿ ਐਵੇਂ ਹੀ ਚੱਲੇਗਾ ਕਿ ਤੁਸੀਂ ਬੋਲੋ ਅਸੀਂ ਵੀ ਬੋਲਾਂਗੇ? ਇੱਕ ਕਹਾਵਤ ਕਹੀ ਜਾਂਦੀ ਹੈ ਕਿ ਟਿਟ ਫॉर ਟੈਟ, ਇਹ ਐਵੇਂ ਹੀ ਚੱਲੇਗਾ? ਦੇਖੋ ਗੌਰਵ ਜੀ, ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੇ ਕਦੇ ਵੀ ਇਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਪਰਿਵਾਰ ਦੇ ਉੱਪਰ ਟਿੱਪਣੀਆਂ ਦੀ ਕਦੇ ਸ਼ੁਰੂਆਤ ਨਹੀਂ ਕੀਤੀ। ਅੱਜ ਸਾਡੇ ਕੋਲ ਜਿਹੜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ, ਤੁਸੀਂ ਦੇਖੋ ਕਿ ਉਹਨਾਂ ਦੀ ਪਪੂਲੈਰਿਟੀ ਕਿੰਨੀ ਹੈ। ਉਹਨਾਂ ਨੂੰ 92 ਸੀਟਾਂ ਦੇ ਕੇ 42% ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਅੱਜ ਜਿਹੜਾ ਹੈਗਾ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਸੂਬੇ ਦੇ ਅੰਦਰ ਇੱਕ ਇੰਨਾ ਪਪੂਲਰ ਮੁੱਖ ਮੰਤਰੀ ਜਿਹੜਾ ਲੋਕਾਂ ਦੇ ਲਈ ਦਿਨ ਰਾਤ ਕੰਮ ਕਰ ਰਿਹਾ, ਤੇ ਇਹ ਉਹਨੂੰ ਟਾਰਗੇਟ ਕਿਵੇਂ ਕੀਤਾ ਜਾਵੇ। ਉਸ ਤੋਂ ਪਹਿਲਾਂ ਜਦੋਂ 2014 ਤੋਂ ਲੈ ਕੇ ਮਾਨ ਸਾਹਿਬ ਨੇ ਸਿਆਸਤ ਦੇ ਵਿੱਚ ਆਗਾਜ਼ ਕੀਤਾ, ਉਹ ਐਮਪੀ ਬਣੇ ਨੇ ਸੰਗਰੂਰ ਤੋਂ, ਤੇ ਉਸ ਤੋਂ ਬਾਅਦ ਹੀ ਲੈ ਕੇ ਉਹਨਾਂ ਨੂੰ ਟਿੱਪਣੀਆਂ ਜਿਹੜੀਆਂ ਹੈਗੀਆਂ ਸੀ, ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੋਵੇ, ਚਾਹੇ ਉਹ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਹੋਵੇ, ਚਾਹੇ ਉਹ ਸਿਆਸੀ ਮੰਚਾਂ ਤੋਂ ਦੀ ਗੱਲ ਹੋਵੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਦੇ ਪੇਸ਼ੇ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ। ਉਹਨਾਂ ਦੀ ਜਿਹੜੀ ਕਲਾਕਾਰੀ ਸੀ, ਉਹਨਾਂ ਦੀ ਪੇਸ਼ਕਾਰੀ ਸੀ, ਉਹਨਾਂ ਦੀ ਜਿਹੜੀ ਸਕਿੱਟਾਂ ਸੀ, ਉਹਨਾਂ ਨੂੰ ਲੈ ਕੇ ਇੱਕ ਪਾਰਟੀਕੂਲਰ ਕਿਸੇ ਜਾਤ ਨਾਲ ਜੋੜਨ ਦੀ ਕਦੇ ਕੋਸ਼ਿਸ਼ ਕਰਦੇ ਸੀ, ਕਦੇ ਉਹਨਾਂ ਨੂੰ ਕੁਝ ਕਹਿ ਕੇ, ਕਦੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ। ਹਰ ਲੀਡਰ ਨੇ, ਹਰ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਅੱਜ ਵੀ ਤੁਸੀਂ ਦੇਖੋ ਕਿ ਜਿਹੜਾ ਇਹ ਇਨਸੀਡੈਂਟ ਜਿਹੜਾ ਹੁਣ ਹੋਇਆ, ਇਹ ਕੋਈ ਇਮੀਡੀਏਟ ਰਿਐਕਸ਼ਨ ਨਹੀਂ ਕੀਤਾ ਮਾਨ ਸਾਹਿਬ ਨੇ। ਮਾਨ ਸਾਹਿਬ 2 ਦਿਨ ਚੁੱਪ ਰਹੇ ਨੇ। ਇਹ ਜਦੋਂ ਤੁਸੀਂ ਜਿਹੜਾ ਇਹਨਾਂ ਨੇ ਹਮਦਰਦ ਜੀ ਦੇ ਉੱਥੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਲੀਡਰ ਬੋਲੇ, ਚਾਹੇ ਉਹ ਬਿਕਰਮ ਮਜੀਠੀਆ ਹੋਣ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਉਹਨਾਂ ਨੇ ਕੋਈ ਉੱਥੇ ਡਿਵੈਲਪਮੈਂਟ ਦੀ ਗੱਲ ਕੀਤੀ? ਉਹਨਾਂ ਨੇ ਕੋਈ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਕੀਤੀ? ਉਹਨਾਂ ਨੇ ਪੰਜਾਬ ਸਰਕਾਰ ਦੀ 1 ਸਾਲ ਦੀ ਕਾਰਗੁਜ਼ਾਰੀ ਦੀ ਕੋਈ ਉੱਥੇ ਗੱਲ ਕੀਤੀ? ਜੋ ਸਰਕਾਰ ਨੇ 28,000 ਨੌਕਰੀਆਂ ਦਿੱਤੀਆਂ ਉਹਨਾਂ ਦੀ ਕੋਈ ਗੱਲ ਕੀਤੀ? ਉਹਨਾਂ ਨੇ ਸਿਰਫ ਕੀਤਾ ਟਾਰਗੇਟ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਸਾਡੇ ਐਮਐਲਏ ਵਿਆਹ ਕਰਾ ਰਹੇ ਨੇ ਜੀ। ਕੀ ਵਿਆਹ ਕਰਾਉਣਾ ਕੋਈ ਕਾਨੂੰਨੀ ਜੁਰਮ ਹੈ?
ਕਿ ਸੈਕੰਡ ਮੈਰਿਜ, ਪਹਿਲੀ ਵਾਈਫ ਨੂੰ ਡਿਵੋਰਸ ਦੇ ਕੇ ਸੈਕੰਡ ਮੈਰਿਜ ਕਰਾਉਣਾ ਕੋਈ ਕਾਨੂੰਨੀ ਜੁਰਮ ਹੈ? ਕਿ ਮਾਨ ਸਾਹਿਬ ਨੇ ਇਹ ਕੋਈ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ ਇਹ ਸੈਕੰਡ ਮੈਰਿਜ ਕਰਾਈ ਆ? ਨਹੀਂ, ਤੁਹਾਨੂੰ ਕੀ ਲੱਗਦਾ? ਤੁਹਾਨੂੰ ਲੱਗਦਾ ਕਿ ਪਪੂਲੈਰਿਟੀ ਦੀ ਵਜ੍ਹਾ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ? ਐਕਚੁਅਲੀ ਪਪੂਲੈਰਿਟੀ ਇੰਨੀ ਜ਼ਿਆਦਾ ਆ ਮਾਨ ਸਾਹਿਬ ਦੀ ਕਿ ਇਹਨਾਂ ਨੂੰ ਹਜਮ ਨਹੀਂ ਹੋ ਰਹੀ। ਦੂਜੀ ਗੱਲ, ਇਹਨਾਂ ਦੇ ਜਿਹੜੇ ਬਿਜ਼ਨਸ ਦੇ ਜਿਹੜੇ ਧੰਦੇ ਸੀ ਉਹ ਬੰਦ ਹੋ ਗਏ, ਉਹ ਇਹਨਾਂ ਨੂੰ ਹਜਮ ਨਹੀਂ ਹੋ ਰਹੇ। ਤੀਜੀ ਗੱਲ, ਜਿਹੜੀ ਇਹਨਾਂ ਦੀ ਲੁੱਟ ਖਸੁੱਟ ਦਾ ਹਿਸਾਬ ਲਿਆ ਜਾ ਰਿਹਾ ਉਹ ਇਹਨਾਂ ਤੋਂ ਹਜਮ ਨਹੀਂ ਹੋ ਰਿਹਾ, ਕਿਉਂਕਿ ਇਹਨਾਂ ਨੂੰ ਆਪਣੀ ਹਾਰ ਜਿਹੜੀ ਹੈਗੀ ਉਹ ਪਚ ਨਹੀਂ ਰਹੀ। ਇਸ ਤੋਂ ਪਹਿਲਾਂ ਵੀ ਮੈਂ ਅਗਰ ਗੱਲ ਕਰਾਂ, ਪਿੱਛੇ ਜਾਵਾਂ ਥੋੜਾ ਜਿਹਾ, ਜਦੋਂ ਇਹ ਸਰਕਾਰ ਦੇ ਵਿੱਚ ਸੀ ਤੇ ਉਸ ਸਮੇਂ ਚਾਹੇ ਆਪਣੇ ਸਿਮਰ ਬੈਂਸ ਹੋਣ, ਚਾਹੇ ਸੁਖਪਾਲ ਖਹਿਰਾ ਹੋਣ, ਜਦੋਂ ਸੁਖਪਾਲ ਖਹਿਰਾ ਨੂੰ ਹਟਾ ਕੇ ਪਾਰਟੀ ਨੇ ਹਰਪਾਲ ਚੀਮਾ ਜੀ ਨੂੰ ਐਲਓਪੀ ਬਣਾਇਆ ਤਾਂ ਚੀਮਾ ਸਾਹਿਬ ਦੇ ਬਾਰੇ ਵੀ ਇਹਨਾਂ ਨੇ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ। ਐਕਚੁਅਲੀ ਇਹਨਾਂ ਦੀ ਮੈਂਟੈਲਿਟੀ ਹੈ, ਇਹ ਗਰੀਬ ਲੋਕਾਂ ਨੂੰ, ਦਲਿਤ ਲੋਕਾਂ ਨੂੰ ਅੱਗੇ ਵਧਦੇ ਹੋਏ ਦੇਖਦੇ ਨਹੀਂ। ਬਾਜਵਾ ਸਾਹਿਬ ਕਿਵੇਂ ਬੋਲੇ ਕਿ ਜੀ ਇੱਕ ਮੋਬਾਈਲ ਚਾਰਜ ਕਰਨ ਵਾਲਾ ਆ ਗਿਆ। ਕੀ ਮੋਬਾਈਲ ਚਾਰਜ ਕਰਨ ਵਾਲੇ ਨੂੰ ਵਿਧਾਨ ਸਭਾ ਦੇ ਵਿੱਚ ਬੈਠਣ ਦਾ ਹੱਕ ਨਹੀਂ ਆ? ਭੀਮ ਰਾਓ ਬਾਬਾ ਸਾਹਿਬ ਅੰਬੇਦਕਰ ਨੇ ਹੱਕ ਦਿੱਤਾ, ਇਹ ਸੰਵਿਧਾਨ ਬਣਾਇਆ ਕਿ ਹਰ ਬੰਦਾ ਉੱਥੇ ਇਲੈਕਸ਼ਨ ਲੜ ਕੇ ਪਹੁੰਚ ਸਕਦਾ, ਔਰ ਜਿਹੜੀ ਪ੍ਰਕਿਰਿਆ ਦੇ ਰਾਹੀਂ ਤੁਸੀਂ ਪਹੁੰਚੇ ਹੋ ਉਹੀ ਪ੍ਰਕਿਰਿਆ ਦੇ ਰਾਹੀਂ ਮੋਬਾਈਲ ਚਾਰਜ ਕਰਨ ਵਾਲਾ ਉੱਥੇ ਪਹੁੰਚਿਆ। ਸੋ ਅਗਰ ਤੁਸੀਂ ਕਿਸੇ ਤੇ ਚਿੱਕੜ ਉਛਾਲੋਗੇ ਤੇ ਹੁਣ ਸਮਝ ਲੈਣਾ ਚਾਹੀਦਾ ਕਿ ਸੂਬੇ ਦੇ ਅੰਦਰ ਇੱਕ ਉਹ ਮੁੱਖ ਮੰਤਰੀ ਹੈ ਜਿਹਨੂੰ ਬੋਲਣਾ ਆਉਂਦਾ, ਜਿਹਦੀ ਜ਼ੁਬਾਨ ਬੰਦ ਨਹੀਂ ਹੈ, ਜਿਹੜਾ ਹਰ ਗੱਲ ਦੇ ਉੱਤੇ ਜਵਾਬ ਦੇਣ ਜਾਣਦਾ। मतलब तुसी ये क्लियर कर रहे हो कि जैसे नु तैसा चलेगा, कि जे बोलोगे तो सुनोगे, यही कहना चाह रहे हो मित्तल साहब? नहीं, ਅਸੀਂ ਇਹ ਕਹਿ ਰਹੇ ਕਿ ਅਗਰ ਤੁਸੀਂ ਚਿੱਕੜ ਉਛਾਲੀ ਕਰੋਗੇ, ਪਰਸਨਲ ਟਿੱਪਣੀ ਕਰੋਗੇ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਏਗਾ। ਅਗਰ ਅੱਜ ਮਾਨ ਸਾਹਿਬ ਨੇ ਕਿਹਾ, ਮਾਨ ਸਾਹਿਬ ਨੇ ਉਹੀ ਪੁਆਇੰਟ ਤਾਂ ਉਹੀ ਹੋ ਗਿਆ, ਮੈਂ ਥੋੜਾ ਸਕਵੀਜ਼ ਕਰਕੇ ਦੱਸ ਦਿੱਤਾ। ਮਾਨ ਸਾਹਿਬ ਨੇ ਕੀ ਗਲਤ ਕਿਹਾ? ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ? ਉਹਨਾਂ ਨੇ ਕਹਿੰਦੇ ਜੀ ਮਾਨ ਸਾਹਿਬ ਨੇ ਕੀ ਬਦਲਾਅ ਕੀਤਾ ਤੇ ਦੂਜਾ ਵਿਆਹ ਕਰਾ ਲਿਆ। ਕੀ ਦੂਜਾ ਵਿਆਹ ਕਰਾਉਣਾ ਕੋਈ ਜੁਰਮ ਹੈ? ਨਹੀਂ, ਠੀਕ ਹੈ, ਉਹ ਗੱਲ ਪੁਆਇੰਟ ਉਹੀ ਹੈ ਨਾ ਕਿ ਜ਼ਿਕਰ ਹੀ ਕਿਉਂ ਹੋ ਰਿਹਾ? ਨਵਜੋਤ ਸਿੱਧੂ ਹੋਏ, ਜ਼ਰੂਰਤ ਕੀ ਹੈ ਜ਼ਿਕਰ ਕਰਨ ਦੀ? ਚਲੋ ਠੀਕ ਹੈ, ਥੋੜਾ ਜਿਹਾ ਵੇਟ ਕਰੋ, ਆਪਾਂ ਸਾਰੇ ਇੱਕ ਵਾਰੀ ਰੋਕ ਸਿੱਧੂ ਪਹਿਲਾਂ ਵੀ ਇਸ ਗੱਲ ਕਰਕੇ ਜਾਣੇ ਜਾਂਦੇ ਨੇ ਕਿ ਉਹ ਬੜਬੋਲੇ ਨੇ ਤੇ ਉਹ ਕੁਝ ਵੀ ਕਹਿ ਦਿੰਦੇ ਨੇ। ਉਹਨਾਂ ਦੀ ਆਪਣੀ ਪਾਰਟੀ ਦੇ ਲੀਡਰ ਵੀ ਉਹਨਾਂ ਤੋਂ ਦੁਖੀ ਨੇ ਕਿ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ। ਠੀਕ ਹੈ, ਉਹਨਾਂ ਦੀ ਪਾਰਟੀ ਦੇ ਲੀਡਰ ਬੈਠੇ ਨੇ, ਆਪਾਂ ਪੁੱਛ ਲੈਂਦੇ ਹਾਂ ਕਿ ਕਿੰਨਾ ਕਿ ਦੁਖੀ ਨੇ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਜਿਹੜਾ ਮਿਆਰ ਡਿੱਗਦਾ ਜਾ ਰਿਹਾ ਹੈ, ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਮਜਨੂ ਮਾਨ। ਅੱਜ ਦੀ ਚਰਚਾ ਦੇ ਵਿੱਚ ਇਹ ਆਮ ਤੌਰ ਤੇ ਆਪਾਂ ਸਕਿਪ ਕਰਦੇ ਹਾਂ ਕਿ ਬਹੁਤ ਜਿਹੜੇ ਵੱਡੇ ਸ਼ਖਸੀਅਤਾਂ ਨੇ ਉਹਨਾਂ ਦੇ ਲਈ ਟਿੱਪਣੀਆਂ ਜੋ ਕੀਤੀਆਂ ਗਈਆਂ ਉਸ ਤੋਂ ਥੋੜਾ ਜਿਹਾ ਪਰਹੇਜ਼ ਕੀਤਾ ਜਾਵੇ, ਪਰ ਜ਼ਰੂਰੀ ਹੁੰਦਾ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਖੁੱਲ ਕੇ ਗੱਲਬਾਤ ਕਰੀਏ। ਸਿੱਧੂ ਸਾਹਿਬ ਦੀ ਇਹ ਸਟੇਟਮੈਂਟ ਜਾਂ ਫਿਰ ਬਾਜਵਾ ਸਾਹਿਬ ਜਿਸ ਤਰੀਕੇ ਨਾਲ ਉਸ ਸਮੇਂ ਬੋਲੇ ਸੀ, ਜਿਹੜਾ ਜਲੰਧਰ ਵਾਲਾ ਪ੍ਰੋਗਰਾਮ ਹੈ, ਕਿ ਵਾਕਈ ਹੀ ਜ਼ਰੂਰਤ ਲੱਗਦੀ ਹੈ ਕਾਂਗਰਸ ਨੂੰ? ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਨਾ ਤੁਹਾਡੇ ਤੋਂ ਹਾਰ ਪਚਾ ਹੋ ਰਹੀ ਹੈ, ਨਾ ਤੁਹਾਡੇ ਤੋਂ ਪਪੂਲੈਰਿਟੀ ਸਹਿਨ ਹੋ ਰਹੀ ਹੈ ਭਗਵੰਤ ਮਾਨ ਦੀ? ਗੌਰਵ ਜੀ, ਮੇਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਕਨਸਟੀਟਿਊਸ਼ਨਲ ਪੋਸਟ ਤੇ ਹੋ, ਪੰਜਾਬ ਦਾ ਫੇਸ ਹੋ, ਜੋ ਤੁਸੀਂ ਕਹਿੰਦੇ ਹੋ ਉਹ ਪੰਜਾਬ ਦੀ ਇਮੇਜ ਨੂੰ ਰਿਫਲੈਕਟ ਕਰਦਾ ਹੈ, ਪੰਜਾਬ ਦੀ ਛਵੀ ਪ੍ਰੈਜ਼ੈਂਟ ਕਰਦਾ ਹੈ। ਤੇ ਜਦੋਂ ਤੁਸੀਂ ਇਹ ਜੇ ਪਰਸਨਲ ਕਮੈਂਟਸ ਕਰਦੇ ਹੋ, ਤੁਸੀਂ ਆ ਇਮੇਜ ਪੰਜਾਬ ਦੀ ਪੂਰੇ ਦੇਸ਼ ਨੂੰ, ਪੂਰੀ ਦੁਨੀਆ ਨੂੰ ਪ੍ਰੈਜ਼ੈਂਟ ਕਰਦੇ ਹੋ। ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਗੌਰਵ ਜੀ ਕਿਹਾ ਕਿਉਂਕਿ ਭਗਵੰਤ ਮਾਨ ਸਾਹਿਬ ਉਸ ਕੁਰਸੀ ਤੇ ਨੇ, ਉਸ ਪੋਸਟ ਤੇ ਨੇ ਜੋ ਡਿਜ਼ਰਵ ਕਰਦੀ ਹੈ ਰਿਸਪੈਕਟ, ਮਾਨ ਸਤਕਾਰ ਡਿਜ਼ਰਵ ਕਰਦੀ ਹੈ, ਤੇ ਭਗਵੰਤ ਮਾਨ ਸਾਹਿਬ ਨੂੰ ਵੀ ਉਹਦਾ ਮਾਨ ਸਤਕਾਰ ਰੱਖਣਾ ਚਾਹੀਦਾ ਹੈ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਤੁਸੀਂ ਗੱਲ ਦੇਖੋ, ਇਹਨਾਂ ਦਾ ਕਹਿਣਾ ਕਿ ਸਾਨੂੰ ਇਹ ਬਿਆਨਾਤ ਪਹਿਲਾਂ ਕਹੇ ਗਏ ਤਾਂ ਕਰਕੇ ਅਸੀਂ ਜਵਾਬ ਦੇ ਰਹੇ ਹਾਂ। ਪਹਿਲੀ ਗੱਲ ਤਾਂ 2 wrongs don't make 1 right, ਇਹ ਗੱਲ ਆਪਾਂ ਸਮਝ ਲਈਏ। ਜਿਹੜਾ ਹੁੰਦਾ ਹੈ ਉਹ ਪੰਜਾਬ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਵਾਲਾ ਹੈ, ਪੰਜਾਬ ਦੀ ਸਭ ਤੋਂ ਵੱਡੇ ਜ਼ਿੰਮੇਵਾਰੀ ਵਾਲਾ ਹੈ, ਤੇ ਉਹਦੇ ਬਾਵਜੂਦ ਜੋ ਤੁਸੀਂ ਇਹ ਜੇ ਬਿਆਨਾਤ ਜਾਰੀ ਕਰਦੇ ਹੋ ਤੇ ਪੰਜਾਬ ਦੀ ਇੱਕ ਬੜੀ ਜਿਹੜੀ ਇਮੇਜ ਕਨਵੇ ਹੋਣੀ ਚਾਹੀਦੀ ਸੀਗੀ ਉਹ ਇਮੇਜ ਨਹੀਂ ਕਨਵੇ ਕਰ ਪਾ ਰਹੇ ਹੋ। ਤੇ ਤੀਜੀ ਗੱਲ ਗੌਰਵ ਜੀ ਇਹ ਹੈ, ਜ਼ਰੂਰੀ ਗੱਲ, ਕਿ ਇਹਨਾਂ ਨੇ ਕਿਹਾ ਕਿ ਅਸੀਂ ਰੈਸੀਪ੍ਰੋਕੇਟ ਕੀਤਾ। ਰਾਹੁਲ ਜੀ ਵਾਲਾ ਬਿਆਨ ਤੁਸੀਂ ਸੁਣ ਲਓ ਜੋ ਭਗਵੰਤ ਮਾਨ ਸਾਹਿਬ ਨੇ ਰਾਹੁਲ ਜੀ ਲਈ ਕਿਹਾ। ਰਾਹੁਲ ਜੀ ਨੇ ਤਾਂ ਕੋਈ ਬਿਆਨਾਤ ਨਹੀਂ ਦਿੱਤੇ ਸੀਗੇ ਭਗਵੰਤ ਮਾਨ ਸਾਹਿਬ ਨੂੰ ਲੈ ਕੇ, ਕੋਈ ਐਸੀ ਗੱਲ ਹੀ ਨਹੀਂ ਕਹੀ ਸੀ ਭਗਵੰਤ ਮਾਨ ਸਾਹਿਬ ਨੂੰ ਲੈ ਕੇ ਜਿਹਦੇ ਲਈ ਇੱਕ ਰੈਸੀਪ੍ਰੋਕੇਸ਼ਨ, ਇੱਕ ਰਿਪਲਾਈ ਦੇਣਾ ਜ਼ਰੂਰੀ ਬਣਦਾ ਸੀਗਾ। ਉਹਦੇ ਬਾਵਜੂਦ ਰਾਹੁਲ ਜੀ ਦੀ ਟਿੱਪਣੀ ਹੋਈ। ਇੱਥੋਂ ਕੀ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਦਲਾਵ ਕਹਿ ਕੇ ਆਈ ਸੀ ਉਹ ਆਹ ਬਦਲਾਵ ਲੈ ਕੇ ਆਈ ਸੀ ਕਿ ਪੰਜਾਬ ਦੀ ਜਿਹੜੀ ਇਮੇਜ ਨੂੰ ਹੈ ਅਸੀਂ ਢਾਹ ਲਾ ਦੇਣੀ ਹੈ ਜੇ ਗੱਲਾਂ ਕਰਕੇ, ਜਿਹੜੇ ਅਸਲ ਇਸ਼ੂਜ਼ ਹੈ, ਅਸਲ ਏਜੰਡਾਜ਼ ਹੈ, ਉਹਨਾਂ ਨੂੰ ਸਾਈਡਲਾਈਨ ਕਰਕੇ। ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਜੇ ਟਿੱਪਣੀਆਂ ਹੋ ਰਹੀਆਂ ਤਾਂ ਫਿਰ ਸੀਐਮ ਉਸ ਦੇ ਉੱਤੇ ਰਿਐਕਟ ਨਾ ਕਰਨ? ਨਹੀਂ, ਸਿੰਪਲ ਜੀ ਗੱਲ ਹੈ ਗੌਰਵ ਜੀ, ਇਹ ਕਿਹੜੇ ਡੈਫਾਮੇਟਰੀ ਹੈ? ਜੇ ਡੈਫਾਮੇਟਰੀ ਹੈ ਤੇ ਤੁਸੀਂ ਕੋਰਟ 'ਚ ਕਿਉਂ ਨਹੀਂ ਗਏ? ਤੁਸੀਂ ਕੋਈ ਕੇਸ ਕਿਉਂ ਨਹੀਂ ਇਨੀਸ਼ੀਏਟ ਕੀਤਾ? ਹੋ ਗਏ ਨਾ ਐਕਸਪੋਜ਼। ਇੱਥੇ ਸਿਰਫ ਰਾਜਨੀਤੀਕਰਨ ਕਰ ਰਹੇ ਆ, ਪੋਲਿਟਿਸਾਈਜੇਸ਼ਨ ਕਰ ਰਹੇ ਇਸ ਇਸ਼ੂ ਦੀ। ਦੂਜੀ ਗੱਲ ਗੌਰਵ ਜੀ ਇਹ ਹੈ ਕਿ ਸੀਐਮ ਸਾਹਿਬ ਅੱਜ ਸਟੇਜ ਤੇ ਸੀਗੇ, ਮੌਕਾ ਸੀਗਾ ਇਸ਼ੂਜ਼ ਤੇ ਗੱਲ ਕਰਨ ਦਾ। ਕਹਿੰਦੇ ਨਾ ਇਸ਼ੂਜ਼ ਤੇ ਰਾਜਨੀਤੀ ਕਰਿਆ ਕਰੋ, ਪਰਸਨਲ ਗੱਲਾਂ ਨਾ ਕਰਿਆ ਕਰੋ। ਪਰ ਇਸ਼ੂਜ਼ ਤੇ ਤੁਸੀਂ ਰਾਜਨੀਤੀ ਕਿਉਂ ਨਹੀਂ ਕੀਤੀ? ਇਸ਼ੂਜ਼ ਦੀ ਗੱਲ ਕਿਉਂ ਨਹੀਂ ਕੀਤੀ? ਡਿਸਕਸ਼ਨ ਕਿਉਂ ਨਹੀਂ ਕੀਤੀ? ਉਹ ਟਾਈਮ ਯੂਟਿਲਾਈਜ਼ ਹੋ ਸਕਦਾ ਸੀਗਾ ਪੰਜਾਬ ਦੀ ਬਿਹਤਰੀ ਲਈ। ਉਹ ਟਾਈਮ ਯੂਟਿਲਾਈਜ਼ ਹੋਣੇ ਨੇ, ਇਹ ਤਾਂ ਕਹਿਤਾ ਵੀ ਸਾਰੇ ਇਕੱਠੇ ਕਿਉਂ ਹੋਏ ਜੀ ਇੱਕ ਪਲੇਟਫਾਰਮ ਤੇ। ਲੇਕਿਨ ਮੈਂ ਇਹਨਾਂ ਨੂੰ ਗੱਲ ਪੁੱਛਦਾ ਕਿ ਸਿਰਫ ਦਿੱਲੀ ਆਰਡੀਨੈਂਸ ਇਸ਼ੂ ਹੈ
ਮੀਡੀਆ ਦੀ ਸਪਰੈਸ਼ਨ ਆਮ ਟਵਿਸਟਿੰਗ ਇਸ਼ੂ ਨਹੀਂ ਹੈ, ਤੇ ਜੇ ਨਹੀਂ ਹੈ ਤਾਂ ਆਪਦਾ ਬਿਆਨ ਵਾਪਸ ਲਵੇ ਆਮ ਆਦਮੀ ਪਾਰਟੀ, ਜੋ ਬੀਜੇਪੀ ਦੇ ਮੁਤਲਕ ਦਿੱਤਾ ਸੀਗਾ ਕਿ ਬੀਜੇਪੀ ਦੀ ਸਰਕਾਰ ਮੀਡੀਆ ਸਪਰੈਸ ਕਰੀਏ ਸੈਂਟਰ ਤੇ। ਦੂਜੀ ਗੱਲ ਗੌਰਵ ਜੀ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਐਸੇ ਮਤਲਬ ਕਿ ਦਿੱਲੀ ਆਰਡੀਨੈਂਸ ਤੇ ਕਾਂਗਰਸ ਦਾ ਸਮਰਥਨ ਮੰਗ ਸਕਦੀ ਹੈ ਇਲਜ਼ਾਮ ਲਾ ਕੇ, ਹੋਰ ਪਾਰਟੀਆਂ ਮਮਤਾ ਬੈਨਰਜੀ ਕੋਲ ਜਾ ਸਕਦੀ ਹੈ, ਸ਼ਰਦ ਪਵਾਰ ਸਾਹਿਬ ਕੋਲ ਜਾ ਸਕਦੀ ਹੈ, ਠਾਕਰੇ ਸਾਹਿਬ ਕੋਲ ਜਾ ਸਕਦੀ ਹੈ, ਤੇ ਫਿਰ ਕਾਂਗਰਸ ਪਾਰਟੀ ਦੇ ਦੂਜੀ ਪਲੇਟਫਾਰਮ ਪਾਰਟੀ ਇੱਕ ਪਲੇਟਫਾਰਮ ਤੇ ਜੇ ਇਕੱਠੀਆਂ ਹੋ ਗਿਆ, ਉਹਦੇ ਵਿੱਚ ਗਲਤ ਕੀ ਹਨ? ਸਭ ਤੋਂ ਵੱਡਾ ਪੁਆਇੰਟ ਗੌਰਵ ਜੀ ਜਿਹੜਾ ਮੈਂ ਲਾਸਟ ਲਈ ਰੱਖਿਆ ਸੀਗਾ, ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਸਿੱਧੂ ਸਾਹਿਬ ਲਈ ਜੋ ਬਿਆਨਾਤ ਦਿੱਤੇ ਅੱਜ, ਉਹ ਆਪਦੇ ਆਪ ਨੂੰ ਕੰਟਰਾਡਿਕਟ ਕੀਤਾ ਭਗਵੰਤ ਮਾਨ ਸਾਹਿਬ ਨੇ। ਇੱਥੋਂ ਪਤਾ ਲੱਗਦਾ ਕ੍ਰੈਡੀਬਿਲਿਟੀ, ਸ਼ਬਦਾਂ ਦੇ ਵਿੱਚ ਕ੍ਰੈਡੀਬਿਲਿਟੀ ਕਿੰਨੀ ਬਾਕੀ ਹੈ। ਇਹੀ ਭਗਵੰਤ ਮਾਨ ਸਾਹਿਬ ਨੇ ਜਿਨ੍ਹਾਂ ਨੇ ਗੌਰਵ ਜੀ ਬੈਕ ਇਨ ਦ ਡੇ ਸਿੱਧੂ ਸਾਹਿਬ ਲਈ ਸ਼ਬਦ ਵਰਤੇ ਸੀਗੇ ਕਿ ਸਿੱਧੂ ਸਾਹਿਬ ਵਰਗਾ ਓਨੈਸਟ ਮੈਨ ਕੋਈ ਨਹੀਂ ਹੈ। ਸਿੱਧੂ ਸਾਹਿਬ ਜਿਹੜੇ ਜੇ ਸਾਡੀ ਪਾਰਟੀ ਚ ਆਉਣਗੇ ਤਾਂ ਮੈਂ ਵੈਲਕਮ ਕਰੂੰਗਾ, ਮੈਂ ਸਿੱਧੂ ਸਾਹਿਬ ਦਾ ਫੈਨ ਹੈ, ਮੈਂ ਅੱਗੇ ਵੀ ਫੈਨ ਰਹੂੰਗਾ। ਤੇ ਇੱਥੇ ਤੁਸੀਂ ਆ ਜ਼ਰਾ ਸਟੇਟਮੈਂਟ ਦਿਖਾ ਦਿਓ, 10 ਸੈਕਿੰਡ ਦੀ ਹੈ ਦਰਸ਼ਕਾਂ ਨੂੰ। ਇਜ਼ ਅ ਡੈਮ ਓਨੈਸਟ ਪਰਸਨ, ਜ਼ੂਮ ਕਰ ਦਿਓ ਕਾਈਂਡਲੀ। ਕੋਈ ਉਹਦੇ ਦਾਗ ਨਹੀਂ। ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਾਂਗਾ। ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ, ਜਦੋਂ ਨਵਜੋਤ ਸਿੰਘ ਸਿੱਧੂ ਸ਼੍ਰੀਕਾਂਤ ਨਾਲ 10 ਸੈਕਿੰਡ ਗੌਰਵ ਜੀ, 10 ਸੈਕਿੰਡ ਹੀ ਹੈ ਜੀ। ਜਦੋਂ ਉਹ ਆਊਟ ਹੋ ਜਾਂਦੀ ਸੀ ਮੈਂ ਟੀਵੀ ਬੰਦ ਕਰ ਦਿੰਦਾ ਸੀ ਵੀ ਚਲੋ ਆਪਣਾ ਬੰਦਾ ਤਾਂ ਆਊਟ ਹੋ ਗਿਆ, ਛੱਡੋ ਪਰੇ ਕੀ ਮੈਚ ਦੇਖਾਂਗੇ ਹੁਣ। ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਓਨੈਸਟ ਪਰਸਨ ਹੈ, ਮੈਂ ਅੱਜ ਵੀ ਉਹਦਾ ਗੌਰਵ ਜੀ ਇੱਕ ਹੋਰ ਚੀਜ਼ ਦਿਖਾਉਣੀ ਹੈ ਮੈਂ ਜਨਤਾ ਨੂੰ, ਤਾਂ ਕਿ ਪੰਜਾਬ ਦੀ ਬਹੁਤ ਕਲੀਅਰਲੀ ਉਹਨਾਂ ਤੱਕ ਸ਼ਾਇਦ ਨਾ ਪਹੁੰਚ ਰਹੀ ਹੋਵੇ। ਇੱਕ ਪੁਆਇੰਟ ਦੇਖੋ ਤੁਸੀਂ, ਇਹਦੇ ਵਿੱਚ ਭਗਵੰਤ ਮਾਨ ਸਾਹਿਬ ਇਹ ਪਿਕਚਰ ਬੜੀ ਵਾਇਰਲ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ, ਸਿੱਧੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਹੈ, ਪੈਰੀ ਹੱਥ ਲਾ ਰਹੇ ਹੈ ਜੀ। ਤੇ ਜਿਹਨੂੰ ਤੁਸੀਂ ਉਹਨਾਂ ਦੇ ਪੈਰੀ ਹੱਥ ਕਿਸੇ ਦੇ ਲਾਓ, ਕਿਸੇ ਨੂੰ ਆਪਦਾ ਤੁਸੀਂ ਦੱਸੋ ਵੀ ਮੈਂ ਉਹਨਾਂ ਦਾ ਫੈਨ ਹੈ ਤੇ ਮੈਂ ਰਹੂੰਗਾ, ਬੜੇ ਓਨੈਸਟ ਨੇ, ਬੜੇ ਅੱਛੇ ਵਿਅਕਤੀ ਨੇ, ਤੇ ਉਹਨਾਂ ਬਾਰੇ ਇਹ ਠੀਕ ਹੈ ਚਲੋ ਟਿੱਪਣੀ ਕਰਨੀ, ਤੁਸੀਂ ਆਪਦੇ ਆਪ ਨੂੰ ਕੰਟਰਡਿਕਟ ਕਰ ਲਿਆ ਤੇ ਦੱਸਤਾ ਵੀ ਕ੍ਰੈਡੀਬਿਲਿਟੀ ਕੀ ਹੈ ਤੁਹਾਡੇ ਬਿਆਨਾਤ ਦੇ ਵਿੱਚ, ਜਿਹਨੂੰ ਮੈਂ ਅੱਜ ਕੱਲ ਕਹੂੰਗਾ। ਠੀਕ ਹੈ ਪਰ ਗੌਰਵ ਜੀ ਮੈਂ ਇੱਕ ਵਾਰੀ ਜਵਾਬ ਲਵਾਂਗਾ, ਮੈਂ ਇੱਕ ਵਾਰੀ ਸਾਰੇ ਨੂੰ ਐਡ ਕਰਾਂ। ਨਹੀਂ ਦੇਖੋ ਖੜਿਆਲ ਸਾਹਿਬ ਪੁਆਇੰਟ ਇੱਥੇ ਇਹ ਵੀ ਹੈ, ਤੁਸੀਂ ਉਸ ਦੇ ਉੱਪਰ ਰਿਐਕਟ ਕਰਿਓ, ਪਰ ਪੁਆਇੰਟ ਇਹ ਹੈ ਕਿ ਬਤੌਰ ਕ੍ਰਿਕਟਰ ਤਾਂ ਸ਼ਾਇਦ ਆਪਾਂ ਸਾਰੇ ਹੀ ਫੈਨ ਹੋਈਏ ਨਵਜੋਤ ਸਿੱਧੂ ਦੇ, ਬਤੌਰ ਕ੍ਰਿਕਟਰ ਆਪਾਂ ਸਾਰੇ ਹੀ ਫੈਨ ਹੋਈਏ। ਵੈਰੀ ਓਨੈਸਟ ਮੈਨ, ਜੇ ਪਾਰਟੀ ਚ ਆਉਣਗੇ ਤਾਂ ਮੈਂ ਵੈਲਕਮ ਕਰੂੰਗਾ। ਠੀਕ ਹੈ ਚਲੋ ਮੈਂ ਇਸ ਦੇ ਉੱਪਰ ਰਿਐਕਸ਼ਨ ਲਵਾਂਗਾ, ਪਹਿਲਾਂ ਕਲੇਟ ਸਾਹਿਬ ਤੇ ਉਸ ਤੋਂ ਬਾਅਦ ਮੈਂ ਚੰਨੀ ਦਾ ਰੁਕ ਕਰਕੇ ਫਿਰ ਮਿੱਤਲ ਸਾਹਿਬ ਕੋਲ ਆਉਂਦੇ ਆਪਾਂ ਸਾਰਿਆਂ ਦਾ ਰਿਐਕਸ਼ਨ ਲਵਾਂਗੇ। ਕਲੇਟ ਸਾਹਿਬ, ਟਿੱਪਣੀਆਂ ਤਾਂ ਅਕਾਲੀ ਦਲ ਦੇ ਵੱਲੋਂ ਵੀ ਬਹੁਤ ਸਾਰੀਆਂ ਹੋਈਆਂ, ਖਾਸ ਤੌਰ ਤੇ ਬਿਕਰਮ ਮਜੀਠੀਆ ਨੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਭਗਵੰਤ ਮਾਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਦੇ ਵਿੱਚ, ਜਿਹੜੀਆਂ ਪ੍ਰੈਸ ਕਾਨਫਰੰਸਿਸ ਹੋਈਆਂ। ਹੁਣ ਖੜਿਆਲ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਇੱਕ ਇਮੇਜ ਹੁੰਦੀ ਹੈ ਸਟੇਟ ਦੀ, ਉਹ ਖਰਾਬ ਹੁੰਦੀ ਹੈ, ਫਿਰ ਇਮੇਜ ਤਾਂ ਜਿਹੜੇ ਆਪੋਜੀਸ਼ਨ ਦੇ ਵਿੱਚ ਲੀਡਰਸ ਨੇ ਉਹਨਾਂ ਦੇ ਨਾਲ ਵੀ ਅਸਰ ਪੈਂਦਾ, ਨਹੀਂ ਤੁਹਾਨੂੰ ਲੱਗਦਾ? ਗੌਰਵ ਜੀ, ਭਗਵੰਤ ਮਾਨ ਸਾਹਿਬ ਨੂੰ ਦੇਖ ਕੇ ਨਾ ਮੈਨੂੰ ਉਹ ਬਚਪਨ ਦਾ ਹਰ ਇੱਕ ਪਿੰਡ ਦੇ ਹਰ ਇੱਕ ਜਿਹੜੇ ਆਪਾਂ ਬੱਚੇ ਖੇਡਦੇ ਉਹਨਾਂ 'ਚ ਇੱਕ ਰੋਂਡੀ ਜਵਾਕ ਜਿਹੜਾ ਹੁੰਦਾ ਸੀ, ਜਿਹਨੇ ਰੋਂਡੀ ਪਾਉਣੀ ਆ, ਉਹ ਭਗਵੰਤ ਮਾਨ ਸਾਹਿਬ ਦਾ ਹਾਲ। ਦੇਖੋ ਮੈਂ ਅੱਜ ਭਗਵੰਤ ਮਾਨ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਸਿੱਧਾ ਤੇ ਸਪਸ਼ਟ ਸਵਾਲ ਪੁੱਛਦਾ ਹਾਂ। 2014 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ। ਭਗਵੰਤ ਮਾਨ ਸਾਹਿਬ ਨੇ ਕਿਹੜੀ ਸਟੇਜ ਸੀ ਪੰਜਾਬ ਦੀ ਜਿੱਥੇ ਵਿਰੋਧੀ ਪਾਰਟੀ ਔਰ ਖਾਸ ਕਰਕੇ ਸਰਕਾਰ ਦੇ ਨੁਮਾਇੰਦਿਆਂ ਦਾ ਮਜ਼ਾਕ ਨਹੀਂ ਉਡਾਇਆ? ਕਿੱਕਲੀ ਕੌਣ ਪਾਉਂਦਾ ਸੀ ਸਟੇਜਾਂ ਤੇ ਚੜ ਕੇ? ਭਗਵੰਤ ਮਾਨ। ਕਿਸੇ ਦੀ ਘਰਵਾਲੀ ਵਾਸਤੇ ਭੱਦੀ ਸ਼ਬਦਾਵਲੀ ਕੌਣ ਵਰਤਦਾ ਸੀ? ਭਗਵੰਤ ਮਾਨ। ਆਪਦੇ ਤਾਂ ਦੁੱਗਣੀ ਉਮਰ ਦੇ ਲੀਡਰਸ ਨੂੰ ਕਦੇ ਮਾਂਜ ਕੇ ਸਿੱਟ ਦਾਂਗੇ ਜੀ, ਅਜੇ ਮਾਂਜਤਾ ਜੀ, ਇਹ ਸ਼ਬਦਾਵਲੀ ਕੌਣ ਵਰਤਦਾ ਸੀ? ਭਗਵੰਤ ਮਾਨ। ਤੇ ਜੇ ਕਹਿੰਦੇ ਹੋ ਨਾ ਫਿਰ ਸੁਣਨ ਦਾ ਵੀ ਇਮਾਦਾ ਰੱਖੋ। ਤੇ ਅੱਜ ਤੋਂ ਆਪਣੇ ਤੇ ਗੱਲ ਆਈ, ਹੁਣ ਮਾਨ ਸਾਹਿਬ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ, ਹੁਣ ਕਹਿੰਦੇ ਜੀ ਮੇਰੇ ਤੇ ਟਿੱਪਣੀ ਕਰੋਗੇ ਤਾਂ ਮੈਂ ਇਦਾਂ ਹੀ ਕਰੂੰਗਾ। ਤਾਂ ਮੈਂ ਮਾਨ ਸਾਹਿਬ ਨੂੰ ਯਾਦ ਕਰਾ ਦਿਆਂ ਕਿ ਗੰਦੀ ਸ਼ਬਦਾਵਲੀ, ਗੰਦੀਆਂ ਟਿੱਪਣੀਆਂ, ਇਹ ਕਹਿਣਾ ਕਿ ਜੀ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਦੇ ਉੱਤੇ ਤੁਸੀਂ ਚੱਪਲਾਂ ਸਿੱਟੋ, ਜੁੱਤੀਆਂ ਸਿੱਟੋ, ਇਹ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੀ ਰਾਜਨੀਤੀ ਸ਼ੁਰੂ ਕੀਤਾ ਹੈ। ਤੇ ਜਦੋਂ ਅੱਜ ਆਪਣੇ ਤੇ ਪੁੱਠਾ ਪੈ ਰਿਹਾ ਤਾਂ ਹੁਣ ਚੀਕਾਂ ਨਾ ਮਾਰੋ। ਔਰ ਦੂਸਰੀ ਗੱਲ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਕੰਮ ਕਰਨ ਦੇ ਲਈ ਕਿ ਹਰ ਇੱਕ ਸਟੇਜ ਤੇ ਦੁਬਾਰਾ ਜੁਗਨੂ ਕਹਿੰਦਾ ਹੈ ਸਕਿੱਟਾਂ ਸੁਣਾਉਣ ਦੇ ਲਈ? ਕਿਉਂਕਿ ਤੁਸੀਂ ਨਾ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਨਾ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰਦੇ ਹੋ, ਨਾ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਹੋ, ਨਾ ਜਿਹੜਾ ਕੇਂਦਰ ਨੇ ਪੰਜਾਬ ਦਾ ਫੰਡ ਰੋਕਿਆ ਉਹਦੀ ਗੱਲ ਕਰਦੇ ਹੋ, ਨਾ ਜਿਹੜਾ ਲੋਨ ਦੇ ਵਿੱਚ 18% ਦਾ ਕੱਟ ਲੱਗ ਗਿਆ ਉਹਦੀ ਗੱਲ ਕਰਦੇ ਹੋ, 18 ਕਰੋੜ ਦਾ। ਗੱਲ ਕੀ ਕਰਦੇ ਹੋ ਕਿ ਜੀ ਉਹਨੇ ਮੈਨੂੰ ਇਹ ਕਿਹਾ, ਮੈਂ ਉਹਨੂੰ ਇਹ ਜਵਾਬ ਦਿੱਤਾ। ਅੱਜ ਕਹਿੰਦੇ ਏਦਾਂ ਹਿਸਾਬ ਹੋਣਗੇ ਪੰਜਾਬ ਦੇ। ਤਾਂ ਮਾਨ ਸਾਹਿਬ ਆਜੋ ਹਿਸਾਬ ਕਰਨ ਬਹਿਨੇ ਆ, ਤਾਂ ਫਿਰ ਹਿਸਾਬ ਕੱਲੀ ਗੱਲ ਦਾ ਹੋਣਾ ਚਾਹੀਦਾ। ਹਿਸਾਬ ਤਾਂ ਤੁਹਾਨੂੰ ਇਸ ਗੱਲ ਦਾ ਵੀ ਦੇਣਾ ਪਊਗਾ ਕਿ 7 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਦਿੱਲੀ ਕੇਜਰੀਵਾਲ ਦੇ ਕਹਿਣ ਤੇ ਵੇਚੀਆਂ, ਉਹ ਪੈਸਾ ਕਿਹਦੇ ਕੋਲ ਗਿਆ? 2 ਪੰਜਾਬੀਆਂ ਨੂੰ ਹਿਸਾਬ। 4 ਚੇਅਰਮੈਨੀਆਂ, ਚਾਹੇ ਰੇਰਾ ਦੀ ਹੋਵੇ,
ਚਾਹੇ ਐਜੂਕੇਸ਼ਨ ਬੋਰਡ ਦੀ ਚੇਅਰਮੈਨ ਹੋਵੇ, ਚਾਹੇ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਹੋਣ, ਸਾਰੇ ਦਿੱਲੀੋਂ ਲਿਆ ਕੇ ਲੱਗ ਰਹੇ ਨੇ। ਕਿਹਨੂੰ ਪੈਸਾ ਜਾ ਰਿਹਾ ਹੈ, ਦਿਓ ਹਿਸਾਬ। ਜ਼ੀਰਾ ਸ਼ਰਾਬ ਫੈਕਟਰੀ ਖੋਲਣ ਦਾ ਪੈਸਾ ਕਿਹਨੂੰ ਗਿਆ, ਦਿਓ ਹਿਸਾਬ। ਮੁੱਖ ਮੰਤਰੀ ਹੋ ਕੇ 4 ਕੋਠੀਆਂ ਚੰਡੀਗੜ੍ਹ 'ਚ ਰੱਖਣੀਆਂ ਕਿਸੇ ਮੁੱਖ ਮੰਤਰੀ ਨੇ ਨਹੀਂ ਰੱਖੀਆਂ। ਰਾਘਵ ਚੱਡਾ ਇੱਕ ਰਾਜ ਸਭਾ ਦਾ ਮੈਂਬਰ ਹੈ, ਉਹਨੂੰ ਵੀ ਤੁਸੀਂ 4 ਕਨਾਲ ਦੀ ਚੰਡੀਗੜ੍ਹ 'ਚ ਕੋਠੀ ਦਿੱਤੀ ਹੈ, ਜ਼ੈਡ ਸਿਕਿਉਰਿਟੀ। ਰਾਘਵ ਚੱਡਾ ਨੂੰ, ਕੇਜਰੀਵਾਲ ਨੂੰ ਪੰਜਾਬੀਆਂ ਦੇ ਪੈਸੇ ਤੇ ਆਜੋ ਕਰੀਏ ਹਿਸਾਬ। ਗੋਲਡੀ ਬਰਾੜ ਕਿਹੜੀ ਜੇਲ੍ਹ 'ਚ ਹੈ ਅਮਰੀਕਾ ਦੀ 'ਚ, ਜਿਹਨੂੰ ਕਹਿੰਦੇ ਸੀ ਫੜ ਲਿਆ, ਦਿਓ ਹਿਸਾਬ। ਜਿਹੜਾ ਉਹ ਬੇਅਦਬੀਆਂ ਦਾ ਦੋਸ਼ੀ ਫੜਿਆ ਫਿਰ ਭਜਾਇਆ, ਕਿਹਦੇ ਕਹਿਣ ਤੇ ਛੱਡਿਆ, ਆਜੋ ਪੰਜਾਬੀਆਂ ਨੂੰ ਦਿਓ ਹਿਸਾਬ। ਹਿਸਾਬ ਬਹੁਤ ਦੇਣੇ ਪੈਣਗੇ। ਸਿੱਧੂ ਮੂਸੇਵਾਲੇ ਦੀ ਮੌਤ ਤੋਂ ਲੈ ਕੇ ਸੰਦੀਪ ਨੰਗਲੰਬੀਆਂ ਦੀ ਮੌਤ ਤੱਕ ਹਰ ਇੱਕ ਗੱਲ ਦਾ ਹਿਸਾਬ ਦੇਣਾ ਪਊ। ਲਾਅ ਐਂਡ ਆਰਡਰ ਦਾ ਹਿਸਾਬ ਦੇਣਾ ਪਊ, ਟਿੱਪਣੀਆਂ ਦੇ ਨਾਲ ਪੰਜਾਬ ਦੇ ਮਾੜੇ ਹਾਲਾਤਾਂ ਦਾ ਹਿਸਾਬ ਦੇਣਾ ਪਊ। ਸੋ ਅੱਜ ਗੌਰਵ ਜੀ ਸਿੱਧੀ ਗੱਲ ਇਹ ਹੈ, ਪੁੱਛੋ ਭਗਵੰਤ ਮਾਨ ਸਾਹਿਬ ਨੂੰ ਕੀ ਕਦੇ ਆਪਣੀ ਜ਼ਿੰਦਗੀ 'ਚ ਕਿਸੇ ਪੋਲੀਟੀਕਲ ਵਿਰੋਧੀ ਲਈ ਭੱਦੀ ਸ਼ਬਦਾਵਲੀ ਨਹੀਂ ਵਰਤੀ? ਇਹੀ ਵਰਤ ਕੇ ਤਾਂ ਅੱਜ ਮੁੱਖ ਮੰਤਰੀ ਬਣੇ ਨੇ। ਮਤਲਬ ਜਿਹੜੀਆਂ ਪਰਸਨਲ ਟਿੱਪਣੀਆਂ ਪਹਿਲਾਂ ਵੀ ਹੋਈਆਂ। ਮੇਰੇ ਦੋਸਤ ਕਹਿੰਦੇ ਜੀ B.R. ਅੰਬੇਦਕਰ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਹੈ। ਅੰਬੇਦਕਰ ਸਾਹਿਬ ਦੇ ਸੰਵਿਧਾਨ ਦੇ ਵਿੱਚ ਤਾਂ ਰਾਈਟ ਟੂ ਸਪੀਚ ਦੀ ਵੀ ਗੱਲ ਕਹੀ ਹੈ, ਫਿਰ ਕਿਉਂ ਮੀਡੀਆ ਹਾਊਸਸ ਤੇ ਪਰਚੇ ਦਰਜ ਕਰਦੇ ਹੋ? ਅਗਰ ਪੰਜਾਬ ਦੇ ਪੋਲੀਟੀਕਲ ਓਪੋਨੈਂਟਸ ਅਖਬਾਰ ਦੇ ਸਪਰੈਸ਼ਨ ਤੇ ਮੀਡੀਆ ਦੇ ਸਪਰੈਸ਼ਨ ਤੇ ਇਕੱਠੇ ਹੁੰਦੇ ਨੇ, ਉਹ ਤਾਂ ਮਾੜੀ ਗੱਲ ਹੈ। ਭਗਵੰਤ ਮਾਨ ਪੰਜਾਬ ਦੇ ਖਰਚੇ ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਦੇ ਦਰ ਤੇ ਕਟੋਰਾ ਫੜ ਕੇ ਖੜੇ ਰਹਿਣ ਕਿ ਭਾਈ ਮੇਰੇ ਕੇਜਰੀਵਾਲ ਦੀ ਤੁਸੀਂ ਪੋਲੀਟੀਕਲ ਜਿਹੜੀ ਇੱਕ ਉਹਨੂੰ ਬਚਾ ਲਓ, ਇਮੇਜ ਨੂੰ ਬਚਾ ਲਓ, ਸਾਡੀ ਸਰਕਾਰ ਨੂੰ ਬਚਾ ਲਓ, ਉਹ ਕੋਈ ਗੱਲ ਨਹੀਂ। ਮੈਂ ਜਵਾਬ ਦੋਨੋਂ ਪਾਸੇ ਨਾ ਚੱਲੋ, ਇੱਕ ਸਟੈਂਡ ਲੈ ਲਓ ਜਿਹੜਾ ਲੈਣਾ, ਫਿਰ ਉਹਦੇ ਤੇ ਖੜੇ ਰਹੋ। ਠੀਕ ਹੈ, ਮੈਂ ਮਿੱਤਲ ਜੀ ਥੋੜਾ ਜਿਹਾ ਵੇਟ ਕਰੋ, ਇੱਕ ਵਾਰੀ ਆਪਾਂ ਚੰਨੀ ਦਾ ਵੀ ਰੁਖ ਕਰਵਾਂ। ਚੰਨੀ ਸਾਹਿਬ, ਤੁਸੀਂ ਖੁਦ ਕਿਵੇਂ ਦੇਖਦੇ ਹੋ, ਬੀਜੇਪੀ ਇਸ ਨੂੰ ਕਿਵੇਂ ਦੇਖਦੀ ਹੈ ਕਿ ਨਿਗਾਰਤਾ ਆ ਰਿਹਾ ਹੈ? ਸਾਫ਼ ਤੌਰ ਤੇ ਦਿਖਦਾ ਹੈ ਕਿ ਟਿੱਪਣੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਦੀ ਵਜ੍ਹਾ ਤੁਹਾਨੂੰ ਨਜ਼ਰ ਕੀ ਆ ਰਹੀ ਹੈ? ਮੈਨੂੰ ਬਹੁਤ ਅਫਸੋਸ ਹੈ, ਸਾਡੀ ਪਾਰਟੀ ਨੂੰ ਵੀ ਅਫਸੋਸ ਹੈ ਕਿ ਸਾਡਾ ਇਸ ਜਿਵੇਂ ਨਾ ਆਪਾਂ ਘਰੇ ਬੈਠੇ ਹੋਈਏ ਤੇ ਅਡਲਟ ਮੂਵੀ ਮਤਲਬ ਵਿੱਚ ਚੱਲਦੀ ਹੋਵੇ ਤੇ ਸਾਰਾ ਟੱਬਰ ਇੱਕ ਦੂਜੇ ਤੋਂ ਸ਼ਰਮਸ਼ਾਰ ਹੋ ਰਿਹਾ ਹੁੰਦਾ ਹੈ। ਮਤਲਬ ਇੰਨਾ ਇੱਕ ਡਰਟੀ ਲਿਨਨ ਜਿਹੜਾ ਹੈਗਾ, ਦੇਖੋ ਹਰ ਬੰਦੇ ਦੇ ਪਾਸ ਦੇ ਵਿੱਚ ਕੁਛ ਨਾ ਕੁਛ ਤਾਂ ਹੁੰਦਾ ਹੈ ਤੇ ਤੁਸੀਂ ਪਬਲਿਕਲੀ ਉਹਨੂੰ ਵਾਸ਼ ਕਰਦੇ ਹੈਗੇ ਆ, ਪੋਤੜੇ ਲੋਕਾਂ ਤੇ ਫਰੋਲਦੇ ਆ ਤੇ ਆਪਦੇ ਵੀ ਵਿੱਚ ਫਰੋਲੀ ਜਾਂਦੇ ਆ। ਇਹ ਮਤਲਬ ਦੇਖੋ ਹੁਣ ਦੇ ਜ਼ਮਾਨੇ ਦੇ ਵਿੱਚ ਵੈਸੇ ਹੀ ਨਿਗਾਰ ਬਹੁਤ ਆ ਗਿਆ ਰਾਜਨੀਤੀ ਦੇ ਵਿੱਚ ਤੇ ਜਿੰਨੇ ਵੀ ਪਬਲਿਕ ਆਫਿਸ ਨੇ। ਇੱਕ ਗੱਲ, ਦੂਜੀ ਗੱਲ ਇਹ ਹੈਗੀ ਕਿ ਲੋਕ ਬਿਲਕੁਲ ਨਹੀਂ ਸਤਿਕਾਰ ਕਰਦੇ ਜਿਵੇਂ ਪਹਿਲੇ ਲੀਡਰਾਂ ਦਾ ਹੁੰਦਾ ਸੀ ਤੇ ਰੋਲ ਮਾਡਲ ਬਣਦੇ ਸੀਗੇ। ਹੁਣ ਅਸੀਂ ਕੀ ਹੈ, ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਖਾਤਰ ਮਤਲਬ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਵੀ ਤੁਸੀਂ ਜਿਹੜਾ ਬੰਦਾ ਬੈਠਾ ਹੈ ਉਹਦੀ ਗੱਲ ਕਰੋ। ਉਹਦੇ ਪਿਓ ਨੇ ਕੀ ਕੀਤਾ, ਉਹਦੇ ਦਾਦੇ ਨੇ ਕੀ ਕੀਤਾ, ਉਹਦੇ ਪੜਦਾਦੇ ਨੇ ਕੀ ਕੀਤਾ, ਉਹਦੀ ਜ਼ਿੰਮੇਵਾਰੀ ਉਹ ਬੰਦੇ ਤੇ ਕਿਉਂ ਪਾਉਂਦੇ ਆ ਤੁਸੀਂ ਉਹ ਤਾਂ ਉਦੋਂ ਜੰਮਿਆ ਵੀ ਨਹੀਂ ਸੀ, ਜਦੋਂ ਬੰਦਾ ਉੱਥੇ ਹੈ ਹੀ ਨਹੀਂ ਸੀ। ਤੁਸੀਂ ਉਹਦੇ ਕਿਰਦਾਰ ਦੀ ਗੱਲ ਕਰੋ, ਤੁਸੀਂ ਉਹਦੇ ਜਿਹੜਾ ਉਹ ਕੰਮ ਕਰਦਾ ਉਹਨਾਂ ਦੀ ਗੱਲ ਕਰੋ। ਤੁਸੀਂ ਉਹਦੇ ਦਾਦੇ ਪੜਦਾਦੇ ਚਲੇ ਜਾਂਦੇ ਆ, ਫਿਰ ਇੱਕ ਦੂਜੇ ਨੂੰ ਇੰਨੇ ਤਾਨੇ ਮਿਹਣੇ ਦਿੰਦੇ ਆ ਤੁਸੀਂ। ਮਤਲਬ ਦੇਖੋ ਬਹੁਤ ਜ਼ਿਆਦਾ ਜਿਹੜਾ ਇਹ ਨਿਗਾਰ ਪਬਲਿਕ ਲਾਈਫ ਦੇ ਵਿੱਚ ਆ ਰਿਹਾ, ਵਿਚ ਇਜ਼ ਨਾਟ ਗੁੱਡ। ਔਰ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਦੇਖੋ ਇਸ ਵੇਲੇ ਜਿਹੜਾ ਰਿਪਰੈਜ਼ੈਂਟ ਕਰਦਾ ਪੰਜਾਬ ਨੂੰ, ਬਾਕੀ ਸਾਰੇ ਬੰਦੇ ਹਾਸ਼ੀਏ ਤੇ ਚਲੇ ਗਏ ਜੀ, ਹੁਣ ਰਿਪਰੈਜ਼ੈਂਟ ਕਰਦੇ ਸਰਦਾਰ ਭਗਵੰਤ ਸਿੰਘ ਮਾਨ ਕਰਦੇ, ਲੋਕ ਉਹਨਾਂ ਦੇ ਦੇਖਦੇ ਨੇ, ਸਾਰੀ ਦੁਨੀਆ ਦੇਖਦੀ। ਮੈਂ ਕਹੂੰਗਾ ਕਿ ਉਹਨਾਂ ਨੂੰ ਐਡਾ ਵੱਡਾ ਦਿਲ ਰੱਖਣਾ ਚਾਹੀਦਾ ਹੈ। ਦੇਖੋ ਜੇ ਤੁਸੀਂ ਕਿਸੇ ਦੀ ਗੱਲ ਦਾ ਜਵਾਬ ਨਾ ਦਿਓ, ਕਿੰਨੇ ਵਾਰੀ ਬੋਲੂਗਾ ਉਹ? ਆਪਣੇ ਆਪ ਚੁੱਪ ਕਰ ਦੇਗਾ। ਜੇ ਤੁਸੀਂ ਉਹਨੂੰ ਕਹੋ ਵੀ ਤੂੰ ਐ ਕਹਿ ਮੈਂ ਏਦਾਂ ਕਹੂੰਗਾ, ਉਹਦੇ ਨਾਲ ਕੀ ਹੈਗਾ ਕਿ ਇਹਦੇ ਵਿੱਚ ਮੈਂ ਹੋਰ ਤੋਂ ਦੱਸ ਦਿੰਦਾ ਕਿ ਜਿਹੜੇ ਆਪੋਜੀਸ਼ਨ ਵਾਲ ਤਾਂ ਪਹਿਲੇ ਹਾਸ਼ੀਏ ਤੇ ਜੇ ਨੁਕਸਾਨ ਹੋਏਗਾ ਜਾਂ ਜੋ ਸਾਡੇ ਦਾ ਇਮੇਜ ਖਰਾਬ ਹੋਏਗਾ ਉਹ ਪੰਜਾਬ ਦਾ ਹੋਏਗਾ, ਭਗਵੰਤ ਸਿੰਘ ਮਾਨ ਦਾ ਹੋਏਗਾ, ਸਾਰੇ ਪੰਜਾਬੀਆਂ ਦਾ ਹੋਏਗਾ। ਮਤਲਬ ਅਸੀਂ ਇਹਦੇ ਵਿੱਚੋਂ ਕੱਢ ਕੀ ਰਹੇ ਹਾਂ? ਮੈਨੂੰ ਇਹ ਨਹੀਂ ਗੱਲ ਸਮਝ ਆ ਰਹੀ ਕਿ ਤੁਸੀਂ ਇੰਨੇ ਨਿੱਜੀ ਹੋ ਗਏ ਕਿ ਕੋਈ ਗੱਲ ਛੱਡੋ ਹੀ ਨਾ। ਤੁਸੀਂ ਉਹਦੇ ਪਿਓ ਤੱਕ, ਮੇਰੇ ਪਿਓ ਨੇ 2 ਵਿਆਹ ਕੀਤੇ, ਮੈਂ 2 ਕਰ ਲਏ, ਕਿ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬਹੁਤ। ਪਰ ਹੁਣ ਇੱਕ ਗੱਲ ਹੈਗੀ ਹੈ ਕਿ ਕੋਈ ਕਿਸੇ ਦਾ ਪ੍ਰਿੰਸੀਪਲ ਨਹੀਂ ਹੈਗਾ, ਕੋਈ ਸਕੂਲ ਨੋਟ ਨਹੀਂ ਹੈਗਾ, ਕੋਈ ਥਿਉਰੀ ਨਹੀਂ ਹੈਗੀ। ਜੋ ਉਹਨੂੰ ਜਿਸ ਵੇਲੇ ਸੂਟ ਕਰਦਾ ਹੈ, ਚਾਹੇ ਉਹ ਕੁਛ ਹੈਗਾ ਉਹ ਕਰੇਗਾ। ਔਰ ਨਿੱਜੀ ਤੇ ਪਾਰਟੀ ਜਿਹੜਾ ਲੋਕਾਂ ਦੀ ਜਿਹੜੇ ਸੋਸ਼ਲ ਲਾਈਫ ਹੈ, ਪਬਲਿਕ ਲਾਈਫ ਹੈ, ਉਹਦੇ ਤੇ ਕੀ ਅਸਰ ਹੋਏਗਾ ਉਹਦੇ ਬਾਰੇ ਕਿਸੇ ਬੰਦੇ ਦੀ ਮੈਂ ਸਾਰਿਆਂ ਨੂੰ ਪੁੱਟ ਦੇਮ ਟੁਗੇਦਰ ਕਿ ਉਹਨਾਂ ਨੂੰ ਨਹੀਂ ਇਸ ਗੱਲ ਦਾ ਫਿਕਰ ਕਿ ਸਾਡੇ ਤੋਂ ਲੋਕ ਕੀ ਤਵੱਕੋ ਕਰਦੇ ਨੇ, ਅਸੀਂ ਕੀ ਰੋਲ ਮਾਡਲ ਲੋਕਾਂ ਦੇ ਵਿਚਰਨਾ। ਲੋਕ ਸਾਨੂੰ ਕਾਪੀ ਕਰ ਦੇਣਗੇ, ਲੋਕ ਕਹਿਣਗੇ ਫਲਾਣੇ ਬੰਦੇ ਨੇ ਇਹ ਕਿਹਾ ਸੀਗਾ। ਤੇ ਜੇ ਕੋਈ ਸਿਆਣਾ ਬੰਦਾ, ਦੇਖੋ ਜੇ ਤੁਸੀਂ ਕਿਸੇ ਬੰਦੇ ਨੂੰ ਉਸੇ ਭਾਸ਼ਾ ਜਵਾਬ ਦੇਣਾ ਜਾਂ ਉਦਾਂ ਹੀ ਗੱਲ ਕਰਨੀ ਹੈ, ਫਿਰ ਤਾਂ ਕਹਿੰਦੇ ਜਿਵੇਂ ਆਪਾਂ ਕਹਿੰਦੇ 2 wrongs don't make 1 good 1। ਤੇ ਜੇ ਫਿਰ ਇੱਕ ਬੰਦਾ ਭਕਾਈ ਕਰਦਾ ਦੂਜਾ ਵੀ ਕਰਦਾ, ਫਿਰ ਤੇ ਦੋਨੋਂ ਇੱਕੋ ਜਿਹੇ ਹੋ ਗਏ। ਤੇ ਇੱਕ ਨੂੰ ਆਪਾਂ ਮੂਰਖ ਕਹਿੰਦੇ ਤੇ ਤੁਸੀਂ ਨਾਲ ਲੱਗ ਕੇ 2 ਮੂਰਖ ਹੋ ਗਏ। ਮਤਲਬ ਇਹ ਗੱਲ ਤਾਂ ਹੋਈ ਹੈ ਨਾ ਫਿਰ ਕਿ ਫੁੱਲ ਸਟਾਪ ਲਗਾਏਗਾ ਕੌਣ?
ਇਹ ਤਾਂ ਇੱਕ ਪਾਸੇ ਤੋਂ ਟਿੱਪਣੀ ਹੋਗੀ, ਦੂਜੇ ਪਾਸੇ ਤੋਂ ਵੀ ਹੋਗੀ, ਫਿਰ ਪਹਿਲੇ ਪਾਸੇ ਤੋਂ ਹੋ ਜਾਏਗੀ, ਫਿਰ ਦੂਜੇ ਪਾਸੇ ਤੋਂ ਹੋ ਜਾਏਗੀ, ਤਾਂ ਚੱਲਦਾ ਰਹੇਗਾ ਕੰਮ। ਮੈਂ ਇਹ ਕਹਿੰਦਾ ਕਿ ਇਹਦੀ ਜਿਹੜਾ ਇਹਦੇ ਫੁੱਲ ਸਟਾਪ ਜੇ ਕੋਈ ਲਾ ਸਕਦਾ ਤਾਂ ਜ਼ਰੂਰ ਲਾਉਣਾ ਚਾਹੀਦਾ। ਇੱਕ ਨੰਬਰ ਰਿਸਪੌਂਸਿਬਿਲਿਟੀ ਉਹ ਭਗਵੰਤ ਮਾਨ ਦੀ ਹੈ, ਕਿਉਂਕਿ ਉਹ ਰਿਪਰੈਜ਼ੈਂਟ ਕਰਦਾ ਪੰਜਾਬ ਨੂੰ। ਉਹ 92 MLA ਨੂੰ ਰਿਪਰੈਜ਼ੈਂਟ ਕਰਦਾ, 42% ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ। ਉਹਨੂੰ ਸਾਰਿਆਂ ਤੋਂ ਵੱਡਾ ਲੀਡਰ ਉਹ ਹੈ, ਉਹਨੂੰ ਇਸ ਗੱਲ ਦਾ ਕੋਈ ਕੁਝ ਨਹੀਂ ਕਰਦਾ। ਮਤਲਬ ਤੁਹਾਨੂੰ ਲੱਗਦਾ ਕਿ ਵੱਡਾ ਦਿਲ ਦਿਖਾਣਾ ਚਾਹੀਦਾ, ਇਗਨੋਰ ਕਰਨਾ ਚਾਹੀਦਾ, ਜੋ ਕੁਝ ਬੋਲਿਆ ਜਾ ਰਿਹਾ ਬੋਲੀ ਜਾਣ ਤੋਂ, ਤੁਸੀਂ ਖੁਦ ਉਸ ਦੇ ਉੱਪਰ ਰਿਐਕਟ ਨਾ ਕਰੋ, ਤੁਸੀਂ ਇਹ ਕਹਿਣਾ ਚਾਹ ਰਹੇ ਹੋ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਠੀਕ ਹੈ, ਤੁਹਾਡੀ ਗੱਲ ਆ ਗਈ, ਮੈਂ ਅੱਗੇ ਆਪਣੀ ਚਰਚਾ ਨੂੰ ਵਧਾਵਾਂ। ਮਿੱਤਲ ਸਾਹਿਬ ਦੇਖੋ, ਹੁਣ ਪੁਆਇੰਟ ਘੁੰਮ ਫਿਰ ਕੇ ਆਉਂਦਾ ਹੈ ਕਿ ਸ਼ੁਰੂਆਤ ਤੁਸੀਂ ਹੀ ਕੀਤੀ, ਆਮ ਆਦਮੀ ਪਾਰਟੀ ਨੇ ਕੀਤੀ ਹੈ, ਔਰ ਇਹ ਬਹੁਤ ਪੁਰਾਣੀ ਹੋ ਰੱਖੀ ਹੈ। ਵੱਖ-ਵੱਖ ਸਟੇਜਾਂ ਦੇ ਉੱਤੇ ਤੁਸੀਂ ਟਿੱਪਣੀਆਂ ਕਰਦੇ ਰਹੇ, ਕਦੇ ਕਿੱਕਲੀ ਵਾਲੀ, ਕਦੇ ਕਿਸੇ ਦੇ ਨਾਮ ਨੂੰ ਕੁਝ ਵੱਖਰੇ ਤਰੀਕੇ ਨਾਲ ਬੋਲ ਕੇ, ਸਭ ਟਿੱਪਣੀਆਂ ਦੀ ਸ਼ੁਰੂਆਤ ਤੁਸੀਂ ਖੁਦ ਕੀਤੀ ਹੈ। ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੀ ਕਿਸੇ ਤੇ ਪਰਸਨਲ ਟਿੱਪਣੀਆਂ ਕਰਨੀਆਂ ਔਰ ਭੱਦੀ ਸ਼ਬਦਾਵਲੀ ਵਰਤਣੀ, ਇਹ ਕਿੱਥੋਂ ਸ਼ੁਰੂਆਤ ਹੋਈ ਹੈ। ਅਗਰ ਕਿਸੇ ਨੂੰ ਨਹੀਂ ਯਾਦ ਤੇ ਮੈਂ ਯਾਦ ਕਰਾ ਦਿੰਦਾ। ਇਹ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਹੈ ਵਿਧਾਨ ਸਭਾ ਦੇ ਵਿੱਚ ਜਦੋਂ ਬਿਕਰਮ ਮਜੀਠੀਆ ਨੇ ਰਾਣਾ ਗੁਰਜੀਤ ਨੂੰ ਗਾਲ ਕੱਢੀ ਸੀ। ਉਹ ਵੀਡੀਓ ਵੀ ਵਾਇਰਲ ਹੋਈ ਸੀ, ਉਹ ਵੀਡੀਓ ਵੀ ਤੁਹਾਡੇ ਕੋਲ ਪਈ ਹੈ, YouTube ਤੇ ਹੀ ਪਈ ਹੋਣੀ ਆ, ਨਹੀਂ ਹੈਗੀ ਮੈਂ WhatsApp ਕਰ ਦੂੰਗਾ। ਤੇ ਉਹ ਉੱਥੋਂ ਸ਼ੁਰੂਆਤ ਹੋਈ ਆ, ਜਦੋਂ ਅਕਾਲੀ ਦਲ ਦਾ ਇੱਕ ਨੇਤਾ ਕਾਂਗਰਸ ਦੇ ਦੂਜੇ ਨੇਤਾ ਨੂੰ ਵਿਧਾਨ ਸਭਾ ਦੇ ਵਿੱਚ, ਜਿਹੜੀ ਵਿਧਾਨ ਸਭਾ ਨੂੰ ਅਸੀਂ ਲੋਕਤੰਤਰ ਦਾ ਮੰਦਰ ਸਮਝਦੇ ਹਾਂ, ਅਸੀਂ ਉਹਦੀ ਇੱਕ ਮਰਿਆਦਾ ਮੰਨਦੇ ਹਾਂ, ਜਿੱਥੇ ਲੋਕ ਚੁਣ ਕੇ ਜਾਂਦੇ ਨੇ, ਜਿੱਥੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਣੀ ਆ, ਉਸ ਵਿਧਾਨ ਸਭਾ ਦੇ ਵਿੱਚ ਬਿਕਰਮ ਮਜੀਠੀਆ ਨੇ ਸ਼ਰੇਆਮ ਗਾਲ ਕੱਢੀ ਸੀ ਰਾਣਾ ਗੁਰਜੀਤ ਨੂੰ। ਤੇ ਇਹ ਉੱਥੋਂ ਸ਼ੁਰੂਆਤ ਹੋਈ ਆ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ, ਮੈਨੂੰ ਦੱਸੋ ਕਿ ਆਮ ਆਦਮੀ ਪਾਰਟੀ ਨੇ ਕਦੇ ਜਿਹੜੀਆਂ ਟਿੱਪਣੀਆਂ ਇਹਨਾਂ ਲੋਕਾਂ ਨੇ ਕੀਤੀਆਂ ਕਿ ਕਦੇ ਐਡੀ ਵੱਡੀ ਸ਼ਬਦਾਵਲੀ ਕਿਸੇ ਦੇ ਖਿਲਾਫ ਵਰਤੀ ਆ? ਆਮ ਆਦਮੀ ਪਾਰਟੀ ਨੂੰ ਇਹਨਾਂ ਲੋਕਾਂ ਨੇ ਹਮੇਸ਼ਾ ਟਾਰਗੇਟ ਕੀਤਾ। ਅੱਜ ਖੜਿਆਲ ਸਾਹਿਬ, ਤੁਹਾਨੂੰ ਜ਼ਿਆਦਾ ਟਿੱਪਣੀਆਂ ਤੋਂ ਪ੍ਰੋਬਲਮ ਹੈ ਜਿਹੜੀ ਪਰਿਵਾਰ ਨੂੰ ਲੈ ਕੇ ਕਰ ਦਿੱਤੀ ਗਈ, ਸੀਐਮ ਦੇ ਪਰਿਵਾਰ ਨੂੰ ਲੈ ਕੇ ਕੀਤੀ ਗਈ, ਕਿਸੇ ਦੀ ਫੈਮਿਲੀ ਦੇ ਬਾਰੇ। ਅਗਰ ਮਾਨ ਸਾਹਿਬ ਦੇ ਤੁਸੀਂ ਇੱਕ ਮਿੰਟ ਜੀ, ਕਿਸੇ ਮਾਨ ਸਾਹਿਬ ਦੇ ਬਾਰੇ ਤੁਸੀਂ ਏਦਾਂ ਬੋਲੋਗੇ ਤੇ ਫਿਰ ਤੁਸੀਂ ਇਹ ਕਿਉਂ ਉਮੀਦ ਕਰਦੇ ਹੋ ਕਿ ਮਾਨ ਸਾਹਿਬ ਚੁੱਪ ਰਹਿਣਗੇ? ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਮਾਨ ਸਾਹਿਬ ਇੱਕ ਬੋਲਣ ਵਾਲੇ ਮੁੱਖ ਮੰਤਰੀ ਨੇ, ਜਿਹੜੇ ਨੂੰ ਕਿ ਬੋਲਣਾ ਆਉਂਦਾ, ਜਿਹੜੇ ਕਿ ਬੋਲਣਾ ਜਾਣਦੇ ਨੇ, ਜਿਨ੍ਹਾਂ ਦੇ ਕੋਲੇ ਹਰ ਗੱਲ ਦਾ ਜਵਾਬ ਆ। ਤੇ ਅਗਰ ਤੁਸੀਂ ਡੂਮਣੇ ਦੇ ਵਿੱਚ ਛੇੜਛਾੜ ਕਰੋਗੇ ਤੇ ਫਿਰ ਡੂਮਣਾ ਤੁਹਾਨੂੰ ਲੜੇਗਾ ਹੀ ਲੜੇਗਾ, ਜਿਹੜੀ ਉਹਨਾਂ ਨੇ ਵੀ ਗੱਲ ਕਹੀ ਆ। ਖੜਿਆਲ ਸਾਹਿਬ ਗੱਲ ਕਰ ਰਿਹਾ, ਖੜਿਆਲ ਸਾਹਿਬ ਇਹ ਗੱਲ ਕਰ ਰਿਹਾ, ਕਹਿੰਦੇ ਜੀ ਇਹ ਮਾਨ ਸਾਹਿਬ ਜਦੋਂ ਬੋਲਦੇ ਨੇ ਤਾਂ ਪੰਜਾਬ ਦਾ ਇੱਕ ਮੈਸੇਜ ਜਾਂਦਾ, ਪੰਜਾਬ ਦੀ ਇਮੇਜ ਉਹਨਾਂ ਦੇ ਨਾਲ ਜੁੜੀ ਹੋਈ ਆ। ਬਹੁਤ ਵਧੀਆ ਗੱਲ ਕਹੀ, ਮੈਂ ਵੀ ਮੰਨਦਾ। ਪਰ ਕੀ ਜਦੋਂ ਵਿਰੋਧੀ ਧਿਰ ਦੇ ਨੇਤਾ ਮਾਨ ਸਾਹਿਬ ਦੇ ਬਾਰੇ ਟਿੱਪਣੀ ਕਰਦੇ ਨੇ, ਕੀ ਉਦੋਂ ਪੰਜਾਬ ਦੀ ਇਮੇਜ ਖਰਾਬ ਨਹੀਂ ਹੁੰਦੀ? ਕਿ ਮਾਨ ਨਹੀਂ ਇੱਕ ਮਿੰਟ ਚੁੱਪ ਕਰੋ, ਕੀ ਮਾਨ ਸਾਹਿਬ ਦੀ ਉਦੋਂ ਪੰਜਾਬ ਦੀ ਇਮੇਜ ਉਦੋਂ ਖਰਾਬ ਨਹੀਂ ਹੁੰਦੀ? ਕੀ ਤੁਸੀਂ ਜਦੋਂ ਸਵਾਲ ਕਰਿਆ, ਮੈਂ ਤਾਂ ਕਲੇਰ ਸਾਹਿਬ ਨੂੰ ਸਵਾਲ, ਮਿੱਤਲ ਸਾਹਿਬ ਗੱਲ ਇਹ ਹੈ ਕਿ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਟਿੱਪਣੀਆਂ ਦੀ ਸ਼ੁਰੂਆਤ ਹੁੰਦੀ ਹੈ ਬਿਕਰਮ ਮਜੀਠੀਆ ਤੇ ਰਾਣਾ ਗੁਰਜੀਤ ਦੇ ਵਿਚਾਲੇ, ਆਮ ਆਦਮੀ ਪਾਰਟੀ ਫਿਰ ਕਿਉਂ ਟਿੱਪਣੀਆਂ ਕਰ ਰਹੀ ਹੈ? ਨਹੀਂ ਦੇਖੋ, ਮੇਰਾ ਸਵਾਲ ਹੈ ਕਿ ਰਾਹੁਲ ਜੀ ਨੇ ਤਾਂ ਕੋਈ ਬਿਆਨ ਹੀ ਨਹੀਂ ਦਿੱਤਾ, ਫਿਰ ਉਹਨਾਂ ਦੇ ਟਿੱਪਣੀ ਦੇਖੋ ਗੱਲ ਇਹ ਆ, ਇਹਨਾਂ ਨੇ ਇਕੱਲੇ ਮਾਨ ਸਾਹਿਬ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਆਮ ਆਦਮੀ ਪਾਰਟੀ ਦਾ ਕਿਹੜਾ ਲੀਡਰ ਬਖਸ਼ਿਆ? ਅਤੇ ਉਹਨਾਂ ਨੇ ਵੀ ਰਾਹੁਲ ਜੀ ਤੇ ਤਾਂ ਜਵਾਬ ਨਹੀਂ, ਕਾਂਗਰਸ ਨੂੰ ਕੀਤਾ ਟਾਰਗੇਟ। ਜਦੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰੋਗੇ ਤੇ ਕਾਂਗਰਸ ਵੀ ਟਾਰਗੇਟ ਹੋਏਗੀ। ਇਹ ਗੱਲ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ। ਕਲੇਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ? ਨਹੀਂ ਇੱਕ ਮਿੰਟ, ਮੈਨੂੰ ਪੂਰੀ ਤਾਂ ਕਰ ਲੈਣ ਦਿਓ ਨਾ ਜੀ, ਮੈਨੂੰ ਪੂਰੀ ਤਾਂ ਕਰ ਲੈਣ ਦਿਓ। ਥੋੜਾ ਛੋਟਾ ਰੱਖੋ, ਵਾਰ-ਵਾਰ ਮੈਂ ਤੁਹਾਡੇ ਕੋਲ, ਕਿਉਂਕਿ ਤੁਸੀਂ ਸਾਰਿਆਂ ਦੇ ਜਵਾਬ ਦੇਣੇ ਨੇ। ਨਹੀਂ ਜਵਾਬ ਮੈਂ ਦੇਣਾ। ਦੂਜੀ ਗੱਲ, ਇਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਕਲੇਰ ਸਾਹਿਬ ਨੇ, ਇਹ ਕਹਿੰਦੇ ਜੀ ਹਿਸਾਬ ਚਾਹੀਦਾ, ਹਿਸਾਬ ਦੇਣ ਨੂੰ ਅਸੀਂ ਤਿਆਰ ਹਾਂ, ਸਾਡੇ ਨਾਲ ਤੁਸੀਂ ਗੱਲ ਕਰੋ ਜਦੋਂ ਮਰਜ਼ੀ, ਮੁੱਦਿਆਂ ਦੀ ਅਸੀਂ ਕਦੇ ਭੱਜਦੇ ਨਹੀਂ ਆ। ਅਸੀਂ 28,000 ਜੌਬਸ ਦਿੱਤੀਆਂ ਨੇ, ਅਸੀਂ 500 ਤੋਂ ਉੱਪਰ ਮੁਹੱਲਾ ਕਲੀਨਿਕ ਬਣਾਏ ਨੇ, ਅਸੀਂ ਸਕੂਲਾਂ ਦੇ ਵਿੱਚ ਇਸ ਸਾਲ ਦੇ ਵਿੱਚ 45,000 ਤੋਂ ਜ਼ਿਆਦਾ ਬੱਚੇ ਜਿਹੜੇ ਹੈਗੇ ਨੇ ਪਿਛਲੇ ਸਾਲ ਨਾਲੋਂ ਦਾਖਲਾ ਜ਼ਿਆਦਾ ਹੋਇਆ, ਤੇ ਅਸੀਂ 1 ਕਰੋੜ ਰੁਪਏ ਸ਼ਹੀਦਾਂ ਨੂੰ ਫੰਡ ਦੇ ਰਹੇ ਹਾਂ। ਸਾਡੇ ਜਿੰਨੇ ਵੀ ਕੰਮਾਂ ਦੀ ਜਿਹੜੀ ਲਿਸਟ ਸਾਡੇ ਕੋਲ ਹੈਗੀ ਹੈ, ਤੁਸੀਂ ਆਓ ਵਿਧਾਨ ਸਭਾ ਦੇ ਵਿੱਚ ਮੂਹਰੇ ਸੈਸ਼ਨ ਆਏਗਾ, ਪਰ ਜਦੋਂ ਸੈਸ਼ਨ ਆਉਂਦਾ ਉਦੋਂ ਤੁਸੀਂ ਮੁੱਦਿਆਂ ਦੀ ਗੱਲ ਨਹੀਂ ਕਰਦੇ, ਉਦੋਂ ਤੁਸੀਂ ਬਾਈਕਾਟ ਕਰਦੇ ਹੋ, ਉਦੋਂ ਤੁਸੀਂ ਬਹਿਸ ਚੋਂ ਭੱਜਦੇ ਹੋ, ਜਵਾਬ ਲਓ ਸਰ, ਬਾਹਰ ਜਾ ਕੇ ਧਰਨੇ ਲਾਉਂਦੇ ਹੋ। ਜਵਾਬ ਲਓ, ਹਿਸਾਬ ਵੀ ਲਵਾਂਗੇ, ਜਵਾਬ ਵੀ ਕਰਾਂਗੇ। ਛੋਟਾ ਕਮੈਂਟ ਰੱਖਿਓ, ਮੈਂ ਖੜਿਆਲ ਜੀ ਦਾ ਰੋਕਣਾ। ਕਲੇਰ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਜੀ। ਦੇਖੋ, ਮੈਂ ਹੁਣ ਇਹਨਾਂ ਨੂੰ ਫੇਰ 2-3 ਸਪੈਸੀਫਿਕ ਸਵਾਲ ਪੁੱਛਦਾ। ਇਹਨਾਂ ਨੇ ਜੀ ਇੱਕ ਵਿਧਾਨ ਸਭਾ ਦਾ ਇਨਸੀਡੈਂਟ ਕਹਿਤਾ, ਤਲਖੀ ਹੋ ਗਈ। ਤਲਖੀ ਤਾਂ ਅੱਜ ਜਿਹੜਾ ਹੁਣ ਵਿਧਾਨ ਸਭਾ ਸੈਸ਼ਨ ਲੰਘ ਕੇ ਹਟਿਆ, ਇਹਦੇ 'ਚ ਬਹੁਤ ਹੋਈ ਹੈ। ਪਰ ਮੈਨੂੰ ਇਹ ਗੌਰਵ ਮਿੱਤਲ ਜੀ ਇੱਕ ਗੱਲ ਦੱਸ ਦੇਣ ਵੀ ਜਦੋਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਪੰਜਾਬ ਸੀ, ਦੇਖੋ ਮੇਰੇ ਲੱਖ ਪੋਲੀਟੀਕਲ ਮਤਭੇਦ ਹੋ ਸਕਦੇ ਨੇ ਜੀ, ਚਰਨਜੀਤ ਚੰਨੀ ਦੇ ਖਿਲਾਫ ਕੀ ਟਿੱਪਣੀ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਕਹਿਣ ਤੇ? ਕਹਿੰਦਾ ਪੁੱਛ ਲੈ ਜੇ ਰਿਸ਼ਤਾ ਕਰਨਾ। ਇਹ ਦਿੱਲੀ ਦਾ ਮੁੱਖ ਮੰਤਰੀ ਕਹਿ ਰਿਹਾ ਕੀ ਚਰਨਜੀਤ ਚੰਨੀ ਇੱਕ ਦਲਿਤ ਸਮਾਜ ਦੇ ਲੀਡਰ ਨਹੀਂ ਸੀਗੇ? ਅੱਜ ਹਰਪਾਲ ਚੀਮਾ ਦੇ ਨਾਲ ਤੁਸੀਂ 3 MLA ਬਿਠਾਤੇ ਤੇ ਉਹ ਦਿੱਲੀੋਂ ਆਇਆ ਤੁਹਾਡਾ ਅਰਵਿੰਦ ਕੇਜਰੀਵਾਲ, ਉਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੇ ਵੀ ਪੁੱਛ ਲੈ ਜੇ ਰਿਸ਼ਤਾ ਕਰਨਾ। ਇਹ ਤੁਹਾਡੀ ਮਰਿਆਦਾ, ਇਹ ਆਮ ਆਦਮੀ ਪਾਰਟੀ ਦੀ ਮਿੱਤਲ ਸਾਹਿਬ ਜਵਾਬ ਦੂਜੀ ਗੱਲ ਨਹੀਂ, ਫਿਰ ਅੱਗੇ ਪੁਆਇੰਟ ਵਧੇਗਾ, ਇਸ ਦੇ ਉੱਪਰ ਹੀ ਜਵਾਬ ਤੁਸੀਂ ਅਗਲਾ ਪੁਆਇੰਟ ਆ ਜਾਓ। ਠੀਕ ਹੈ, ਇਕੱਠਾ ਜਵਾਬ ਜੀ। ਦੂਜਾ, ਇਹਨਾਂ ਨੂੰ ਪੁੱਛੋ ਜੀ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਸੀ? ਇਹ ਸੋਨਾ ਜਿਹੜਾ ਇਹਨਾਂ ਦੀ ਘਰ ਵਾਲੀਆਂ ਨੇ ਪਾਇਆ ਹੈ, ਇਹ ਪੰਜਾਬ ਦੇ ਲੋਕਾਂ ਦਾ ਸੋਨਾ ਹੈ। ਫਿਰ ਅੱਜ ਜਿਹੜਾ ਡਾਕਟਰ ਗੁਰਪ੍ਰੀਤ ਨੇ ਪਾਇਆ, ਉਹ ਕਿਹੜੇ ਲੋਕਾਂ ਦਾ ਸੋਨਾ ਹੈ?
ਅਸੀਂ ਤਾਂ ਪਹਿਲਾਂ ਦੇਖਿਆ ਨਹੀਂ ਸੀ ਠੀਕ ਨਾ ਹੈ, ਮਾਤਾ ਜੀ ਦੇ ਗੱਲ 'ਚ ਦੇਖਿਆ ਸੀ ਉਹ ਕਿਹੜੇ ਪੰਜਾਬੀਆਂ ਦਾ ਖਾਣਾ ਮੈਂ ਅਜੇ ਵੀ ਕਹਾਂਗਾ ਨੂੰ ਕਿ ਜਵਾਬ ਦਿਓ ਟਿੱਪਣੀਆਂ ਤੁਸੀਂ ਮੁੱਦਿਆਂ ਦੇ ਉੱਤੇ ਜਵਾਬ ਦਿਓ ਆਪਣੀਆਂ ਟਿੱਪਣੀਆਂ ਔਰ ਚਰਚਾ ਸਿਆਸੀ ਤੌਰ ਦੇ ਉੱਤੇ ਹੀ ਰਹੇ। ਆਪਾਂ ਘਰਦਿਆਂ ਦੇ ਉੱਪਰ ਨਾ ਪਹੁੰਚ ਜਾਈਏ ਕਿ ਪਰਿਵਾਰਾਂ ਦੇ ਮੁੱਦੇ ਨੂੰ ਲੈ ਕੇ ਆਪਾਂ ਚਰਚਾ ਕਰ ਰਹੇ ਸੀ, ਆਪਾਂ ਦੁਬਾਰਾ ਉੱਥੇ ਜਾ ਕੇ ਟਿੱਪਣੀਆਂ ਪੁੱਛੋ ਜੀ ਫਿਰ ਚਰਨਜੀਤ ਚੰਨੀ ਦਾ ਕੀ ਕਿਹਾ ਸੀ? ਠੀਕ ਹੈ, ਜਵਾਬ ਲੈਣ ਦਿਓ। ਠੀਕ ਹੈ, ਜਵਾਬ ਲੈਣ ਦਿਓ। ਦੇਖੋ ਗੱਲ ਇਹ ਆ, ਦੇਖੋ ਗੱਲ ਇਹ ਆ, ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਚਾਹੇ ਉਹ ਅਕਾਲੀ ਦਲ ਦੀ ਗੱਲ ਹੋਵੇ, ਚਾਹੇ ਕਾਂਗਰਸ ਦੀ ਗੱਲ ਹੋਵੇ, ਚਾਹੇ ਬੀਜੇਪੀ ਦੀ ਗੱਲ ਹੋਵੇ। ਅਰਵਿੰਦ ਕੇਜਰੀਵਾਲ ਜੀ, ਤੁਹਾਨੂੰ ਯਾਦ ਹੋਵੇਗਾ ਅਰਵਿੰਦ ਕੇਜਰੀਵਾਲ ਜੀ ਦੀ ਖਾਂਸੀ ਨੂੰ ਲੈ ਕੇ ਕਿੰਨੀਆਂ ਟਿੱਪਣੀਆਂ ਇਹਨਾਂ ਲੋਕਾਂ ਨੇ ਕੀਤੀਆਂ, ਕਿੰਨਾ ਉਹਨਾਂ ਦੇ ਪਰਸਨਲ ਨਿੱਜੀ ਹਮਲੇ ਕੀਤੇ। ਉਹਨਾਂ ਦੀ ਉਹਨਾਂ ਦੀ ਬੇਟੀ ਦੇ ਬਾਰੇ, ਉਹਨਾਂ ਦੀ ਬੇਟੀ ਦੇ ਬਾਰੇ ਫੇਕ ਆਡੀਓ ਚਲਾਈਆਂ ਗਈਆਂ ਤੁਹਾਡੇ ਲੋਕਾਂ ਵੱਲੋਂ ਉਹਨਾਂ ਦੀ ਬੇਟੀ ਦੇ ਬਾਰੇ। ਤੁਸੀਂ ਆਨਸਰ ਕਰ ਲਓ ਨਾ, ਪੁਆਇੰਟ ਹੈ ਸਰ, ਸਿੱਧਾ ਪੁਆਇੰਟ ਹੈ, ਸਿੱਧਾ ਪੁਆਇੰਟ ਹੈ, ਗੱਲ ਕਰ ਲਓ ਜੀ। ਮਿੱਤਲ ਸਰ ਕੰਪਲੀਟ ਕਰੋ। ਮੈਂ ਉਹੀ ਗੱਲ ਦੱਸੋ ਨਾ, ਮੈਂ ਉਹੀ ਗੱਲ ਆਡੀਓ ਕਿਹਨੇ ਚਲਾਈ? ਤੁਹਾਡੇ ਵੱਲੋਂ, ਤੁਹਾਡੇ ਤੁਸੀਂ ਕਰਾਉਂਦੇ ਤੁਸੀਂ ਪਰਚੇ ਕਰਾਉਂਦੇ ਜਦੋਂ ਤੁਸੀਂ ਸਰਕਾਰ ਦੇ ਵਿੱਚ ਤੁਸੀਂ ਪਰਚੇ ਕਰਾਉਂਦੇ। ਅੱਜ ਅਸੀਂ ਮਾਫੀਆ ਨੂੰ ਕੰਟਰੋਲ ਕਰ ਰਹੇ ਹਾਂ, ਅੱਜ ਅਸੀਂ ਇਹ ਗੱਲ ਕਰ ਰਹੇ ਕਿ ਹਰਸਿਮਰਤ ਕੌਰ ਕੋਲ ਇੰਨਾ ਸੋਨਾ ਕਿੱਥੋਂ ਆਇਆ? ਕਿੱਥੋਂ ਆਇਆ? ਉਹਦੀ ਵੀ ਜਾਂਚ ਹੋਏਗੀ, ਸਾਰੀ ਜਾਂਚ ਅਸੀਂ ਕਰਾਵਾਂਗੇ। ਜਿਹੜਾ ਤੁਹਾਡਾ ਮਾਫੀਆ ਨੂੰ ਤੁਸੀਂ ਪੈਟਰਨਾਈਜ਼ ਕਰ ਰਹੇ ਹੋ ਅੱਜ ਰਾਜ ਮਾਤਾ ਤੁਹਾਡੇ ਮਾਤਾ ਮਹਿੰਦਰ ਕੌਰ ਜੀ ਦੀ ਵੀ ਜਾਂਚ ਕਰਾ ਦਿਓ। ਅੱਜ ਮੈਂ ਇੱਕ ਗੱਲ ਹੋਰ ਦੱਸ ਰਿਹਾ, ਸਾਰੀਆਂ ਜਾਂਚਾਂ ਕਰਾ ਦਿਓ। ਇੱਕ ਗੱਲ ਹੋਰ ਦੱਸ ਰਿਹਾ, ਜਿਹੜੇ ਹਮਦਰਦ ਦੇ ਸਮਰਥਨ ਦੇ ਵਿੱਚ ਗਏ ਸੀ, ਉਹਨਾਂ ਨੂੰ ਹਮਦਰਦ ਸਾਹਿਬ ਦੀ ਬੜੀ ਹਮਦਰਦੀ ਰੱਖਦੇ ਨੇ ਅਜੀਤ ਅਖਬਾਰ ਦੇ ਬਾਰੇ। ਤੁਸੀਂ ਇਹ ਵੀ ਮੈਨੂੰ ਦੱਸ ਦਿਓ ਕਿ ਸੰਗਰੂਰ, ਬਰਨਾਲਾ, ਮਲੇਰਕੋਟਲਾ, ਧੂਰੀ ਦੇ ਵਿੱਚ ਕਿੰਨੇ ਦਲਿਤ ਪੱਤਰਕਾਰ ਨੇ ਅਜੀਤ ਦੇ? ਨਹੀਂ, ਮੈਂ ਦੱਸ ਦੂੰਗਾ, ਦੱਸ ਦਿਓ। ਅਗਰ ਦਲਿਤਾਂ ਦੀ ਇੰਨੀ ਹਮਦਰਦੀ ਆ, ਜੇ ਦਲਿਤਾਂ ਗਏ ਸੀ, ਕਿੰਨੇ ਦਲਿਤਾਂ ਨੂੰ ਤੁਸੀਂ ਉਹਨਾਂ ਨੇ ਜਾਨੀ ਦਿੱਤੀ ਹੈ? ਸਿਰਫ ਇੱਕ ਪੱਤਰਕਾਰ, ਸਿਰਫ ਇੱਕ ਜਰਨਲਿਸਟ। ਮੈਂ ਉਹੀ ਕਹਿ ਰਿਹਾ ਕਿ ਡਿਬੇਟ ਡੀਰੇਲ ਨਾ ਹੋ ਜਾਏ, ਥੋੜਾ ਜਿਹਾ ਡੈਕੋਰਮ ਰੱਖੀਏ। ਪੰਜਾਬੀਆਂ ਨੂੰ ਕਿਹੜਾ ਰਿਸ਼ਤਾ ਕਰਨਾ? ਤੁਸੀਂ ਕਿਉਂ ਕੇਜਰੀਵਾਲ ਸਾਹਿਬ ਦੀ ਬੇਟੀ ਦੇ ਬਾਰੇ ਤੁਸੀਂ ਟਿੱਪਣੀਆਂ ਕੀਤੀਆਂ? ਤੁਸੀਂ ਲੋਕਾਂ ਨੇ ਅੱਜ ਪ੍ਰੋਬਲਮ ਇਹ ਆ ਕਿ ਸਰਕਾਰ ਤੁਹਾਡੇ ਪੋਤੜੇ ਖੋਲ ਰਹੀ ਆ, ਵਿਜੀਲੈਂਸ ਤੁਹਾਡੀ ਜਾਂਚ ਕਰ ਰਹੀ ਆ, ਵਿਜੀਲੈਂਸ ਤੁਹਾਡੀ ਜਾਂਚ ਕਰ ਰਹੀ ਆ। ਥੋੜੇ ਵੇਟ ਕਰੋ, ਸਾਰਿਆਂ ਨੂੰ ਬੋਲਣ ਦਿਓ ਔਰ ਇੱਕ ਇੱਕ ਕਰਕੇ ਰੱਖਾਂਗੇ ਗੱਲ ਤਾਂ ਵਧੀਆ ਗੱਲ ਹੈ। ਨਹੀਂ ਫਿਰ ਬਾਅਦ ਦੇ ਵਿੱਚ ਕਿਹਾ ਸੀ ਗੌਰਵ ਸਾਹਿਬ ਇਹਨਾਂ ਨੂੰ ਵੀ ਚੁੱਪ ਕਰਾਓ ਨਾ। ਜੁੜੇ ਹੋ, ਮੈਂ ਸ਼ੁਰੂ ਚ ਕਿਹਾ ਸੀ ਕਿ ਅੱਜ ਆਪਾਂ ਗੱਲਬਾਤ ਕਰਾਂਗੇ, ਬੜਾ ਗੰਭੀਰ ਵਿਸ਼ਾ ਹੈ ਔਰ ਬੜਾ ਤਿੱਖਾ ਵਿਸ਼ਾ ਹੈ, ਪਰ ਆਪਾਂ ਗੱਲ ਕਰਾਂਗੇ ਤਹਿਜ਼ੀਬ ਦੇ ਨਾਲ। ਤਹਿਜ਼ੀਬ ਦੀ ਉਹ ਗੱਲ ਅੱਜ ਪੂਰੀ ਹੋ ਰਹੀ ਹੈ। ਨਹੀਂ ਇਹਨਾਂ ਨੇ ਵਿਕਰਮ ਜੀਠੀ ਦੀ ਗੱਲ ਤੇ ਗੱਲ ਨਹੀਂ ਕੀਤੀ। ਕਾਈਂਡਲੀ ਦੇਖੋ, ਪਹਿਲੀ ਗੱਲ ਕਰੋ ਜੀ, ਜਾਇ ਦੱਸਦਾ ਵੀ ਰਾਣਾ ਗੁਰਜੀਤ ਨੂੰ ਗੱਲ ਨਹੀਂ ਕੱਢੀ। ਨਹੀਂ ਤੁਸੀਂ ਦੱਸਦੇ ਵੀ ਰਾਣਾ ਗੁਰਜੀਤ ਨੂੰ ਗੱਲ ਨਹੀਂ ਦੇਖ ਲਓ, ਫਿਰ ਇਹ ਤੋਂ ਬਾਅਦ ਕਾਈਂਡਲੀ ਹੁਣ ਸੁਣ ਲਓ, ਤੁਹਾਡੇ ਟਾਈਮ 'ਚ ਨਹੀਂ ਇੰਟਰਪਟ ਕੋਈ ਕਰੂਗਾ, ਸੁਣ ਲਓ। ਪਹਿਲੀ ਗੱਲ ਗੌਰਵ ਜੀ, ਮੈਨੂੰ 1.5 ਮਿੰਟ ਅਨਇੰਟਰਪਟਡ ਦੇ ਦਿਓ, ਜ਼ਰੂਰੀ ਪੁਆਇੰਟਸ ਹੈ। ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਤੇ ਇੱਕ ਸਰਕਾਰ ਦੇ ਵਿੱਚ ਦਿਨ ਰਾਤ ਦਾ ਡਿਫਰੈਂਸ ਹੁੰਦਾ ਹੈ। ਆਮ ਆਦਮੀ ਪਾਰਟੀ ਦੀ ਪਾਰਟੀ ਹੈ, ਲੇਕਿਨ ਸੀਐਮ ਸਾਹਿਬ ਤੇ ਉਹਨਾਂ ਦਾ ਕੈਬਨਿਟ, ਕਾਉਂਸਲ ਆਫ ਮਿਨਿਸਟਰਸ ਸਰਕਾਰ ਹੈ। ਹੁਣ ਪਾਰਟੀ ਦੇ ਲੈਵਲ ਤੇ ਨਹੀਂ ਇਹ ਫੰਕਸ਼ਨ ਕਰ ਰਹੇ ਹੈ, ਇਹ ਸਰਕਾਰ ਦੇ ਲੈਵਲ ਤੇ ਫੰਕਸ਼ਨ ਕਰ ਰਹੇ ਹੈ। ਪੰਜਾਬ ਦੇ ਨੁਮਾਇੰਦੇ ਨੇ। ਤੇ ਦੂਜੀ ਗੱਲ, ਇੱਕ ਪੋਲੀਟੀਕਲ ਲੀਡਰ ਤੇ ਚੀਫ ਮਿਨਿਸਟਰ ਦੇ ਪੋਸਟ ਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ, ਬੜਾ ਵੱਡਾ ਫਰਕ ਹੁੰਦਾ ਹੈ ਗੌਰਵ ਜੀ। ਉਹ ਫਰਕ ਆਪਾਂ ਭੁੱਲੀਏ ਨਾ। ਜੇ ਇੱਕ ਆਪੋਜੀਸ਼ਨ ਪਾਰਟੀ ਦਾ ਲੀਡਰ ਕੁਝ ਕਹਿੰਦਾ ਹੈ ਤੇ ਇੱਕ ਸੀਐਮ ਕਹਿੰਦਾ ਹੈ, ਉਹ ਬਿਆਨ ਜਿਹੜਾ ਸੀਐਮ ਸਾਹਿਬ ਦਾ ਹੈ ਉਹ ਪੰਜਾਬ ਨੂੰ ਰਿਫਲੈਕਟ ਕਰ ਰਿਹਾ ਹੈ। ਇੱਕ ਆਪੋਜੀਸ਼ਨ ਪਾਰਟੀ ਦਾ ਲੀਡਰ, ਉਹ ਨਾਟ ਇਵਨ ਐਨ ਐਮਪੀ ਔਰ ਐਨ ਐਮਐਲਏ, ਉਹ ਨਹੀਂ ਰਿਫਲੈਕਟ ਕਰ ਰਿਹਾ ਪੰਜਾਬ ਨੂੰ। ਇਹ ਗੱਲ ਸਮਝਣ ਦੀ ਲੋੜ ਹੈ ਇਹਨਾਂ ਨੂੰ। ਤੀਜੀ ਗੱਲ ਗੌਰਵ ਜੀ ਜ਼ਰੂਰੀ, ਇੱਥੇ ਮਿੱਤਲ ਸਾਹਿਬ ਦਾ ਬਿਆਨ ਕਿ ਜੇ ਸੀਐਮ ਮਾਨ ਸਾਹਿਬ ਦੇ ਕੋਈ ਖਿਲਾਫ ਬੋਲੂਗਾ ਤਾਂ ਮਾਨ ਸਾਹਿਬ ਜਵਾਬ ਦੇਣਗੇ। ਮੈਂ ਪਹਿਲਾਂ ਵੀ ਪੁੱਛਿਆ ਸੀਗਾ ਕਿ ਰਾਹੁਲ ਜੀ ਨੇ ਤਾਂ ਕੋਈ ਬਿਆਨ ਨਹੀਂ ਦਿੱਤਾ, ਕੁਝ ਕਿਹਾ ਨਹੀਂ, ਉਹਦੇ ਬਾਵਜੂਦ ਰਾਹੁਲ ਜੀ ਤੇ ਕਾਂਗਰਸ ਪਾਰਟੀ, ਕਾਈਂਡਲੀ ਸੁਣ ਲਓ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਲਗਾਤਾਰ ਨਹੀਂ ਮੈਂ ਜਵਾਬ ਨਹੀਂ, ਤੁਸੀਂ ਇੰਟਰਪਟ ਕਰ ਰਹੇ ਸੀ ਮੈਨੂੰ ਵੀ ਕਰ ਰਹੇ ਸੀ, ਮੈਨੂੰ ਇੰਟਰਪਟ ਕਰ ਲਿਆ ਹਾਂ, ਤੁਸੀਂ ਕੀਤਾ ਸੀ ਨਾ ਮੈਨੂੰ ਇੰਟਰਪਟ। ਸੋ ਰਾਹੁਲ ਜੀ ਤੇ ਪਰਸਨਲ ਟਿੱਕਾ ਟਿੱਪਣੀ ਕਰਨੀ ਮੈਨੂੰ ਨਹੀਂ ਲੱਗਦਾ ਕਿ ਇੱਕ ਸੀਐਮ ਨੂੰ ਸ਼ੋਭਾ ਦਿੰਦੀ ਹੈ, ਕਿਉਂਕਿ ਕੋਈ ਇਨੀਸ਼ੀਏਸ਼ਨ, ਕੋਈ ਪਹਿਲ ਉਧਰੋਂ ਨਹੀਂ ਹੋਈ। ਚੌਥੀ ਗੱਲ ਗੌਰਵ ਜੀ, ਸੋ ਇਹਨਾਂ ਦਾ ਜਿਹੜਾ ਤਰਕ ਸੀਗਾ ਉਹ ਦੈਟ ਫਾਲਸ ਫਲੈਟ ਔਨ ਦ ਗਰਾਊਂਡ। ਚੌਥੀ ਗੱਲ ਗੌਰਵ ਜੀ ਇਹ ਹੈ ਕਿ ਇਹਨਾਂ ਨੇ ਕਿਹਾ ਨਾ ਇਸ਼ੂਜ਼ ਦੀ ਗੱਲ ਕਰੋ, ਕਟਾਰੂ ਚੱਕ ਸਾਹਿਬ ਦੇ ਇਸ਼ੂ ਦੀ ਗੱਲ ਕਰਦੇ ਆ। ਏਜੰਡਾ ਹੈ ਉਹ ਬਹੁਤ ਇੰਪੋਰਟੈਂਟ ਏਜੰਡਾ ਹੈ। ਤੁਸੀਂ ਦੇਖੋ ਅੱਜ NCSC ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਦਾ ਤੀਜਾ ਨੋਟਿਸ ਆ ਗਿਆ ਤੇ ਗਵਰਨਰ ਸਾਹਿਬ ਵੱਲੋਂ ਤੀਜਾ ਲੈਟਰ, ਤੀਜਾ ਖਤ ਆ ਗਿਆ। ਉਹਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਗਿਆ। ਇਹ ਤੋਂ ਵੱਡੀ ਮੰਦਭਾਗੀ ਗੱਲ ਕੀ ਹੋ ਸਕਦੀ ਹੈ? ਕਹਿੰਦੇ ਸੀਗੇ ਕਾਂਗਰਸ ਪਾਰਟੀ ਮੈਂ ਜਵਾਬ ਲੈਣਾ ਜੀ, ਲਾਸਟ 30 ਸੈਕਿੰਡ ਮਿੰਟ। ਸੋ ਕੌਣ ਐਂਟੀ ਦਲਿਤ ਹੈ, ਦਲਿਤ ਵਿਰੋਧੀ ਹੈ, ਉਦੋਂ ਪਤਾ ਲੱਗ ਗਿਆ ਸੀ ਜਿਨ੍ਹਾਂ ਨੇ ਕਿਹਾ ਡਿਪਟੀ ਸੀਐਮ ਦਲਿਤ ਬਣਾਵਾਂਗੇ, ਬਾਅਦ ਚ ਨਹੀਂ ਬਣਾਇਆ। ਜਿਨ੍ਹਾਂ ਨੇ ਮੈਂ ਖੜਿਆਲ ਸਾਹਿਬ ਤੁਹਾਡੇ ਤੇ ਛੋਟਾ ਜਿਹਾ ਸਵਾਲ ਹੈ, ਜਿਹੜਾ ਇੱਧਰ ਦਲਿਤ ਵੀਰ ਸੀ ਸਾਡਾ, ਸਵਾਲ ਨਹੀਂ ਲੈਂਦੇ, ਜਿਹੜਾ ਦਲਿਤ ਵੀਰ ਹੈ ਸਾਡਾ ਕਟਾਰੂ ਚੱਕ ਸਾਹਿਬ ਦੇ ਇਸ਼ੂ ਦੇ ਵਿੱਚ, ਉਹਦੀ ਕੋਈ ਸੁਣਵਾਈ ਨਹੀਂ, ਕੋਈ ਜਸਟਿਸ ਨਹੀਂ। ਦੂਜਾ, ਇਹਨਾਂ ਨੇ ਇੱਕ ਗੱਲ ਕਹੀ, ਅੱਜ ਮਾਨ ਸਾਹਿਬ ਨੇ ਗੱਲ ਕਹੀ,
ਮਾਨ ਸਾਹਿਬ ਸਟੇਜ ਤੋਂ ਕਹਿ ਰਹੇ ਸੀ ਸਾਰੇ ਇਕੱਠੇ ਕਿਉਂ ਹੋਏ। ਹੁਣ ਮੇਰਾ ਲਾਸਟ 10 ਸੈਕਿੰਡ ਦੇ ਵਿੱਚ ਇੰਨਾ ਕਹਿਣਾ ਹੈ ਕਿ ਮਾਨ ਸਾਹਿਬ ਜੇ ਸਟੈਂਡ ਲੈਣਾ ਤਾਂ ਲੈ ਲਓ, ਲੇਕਿਨ ਫਿਰ ਕੇਜਰੀਵਾਲ ਸਾਹਿਬ ਨੂੰ ਕੰਡੈਮ ਕਰੋ। ਇੱਥੇ ਲਾਲੂ ਪ੍ਰਸਾਦ ਜੀ ਨਾਲ ਜੱਫੀ ਪਾਈ ਹੋਈ ਹੈ, ਇਹਨੂੰ ਕੰਡੈਮ ਕਰਨ। ਦੂਜੀ ਗੱਲ, ਇਹ ਇਸ ਚੀਜ਼ ਨੂੰ ਵੀ ਕੰਡੈਮ ਕਰਨ ਕਿ ਇੱਥੇ ਕੇਜਰੀਵਾਲ ਸਾਹਿਬ 4 ਆਪੋਜੀਸ਼ਨ ਪਾਰਟੀ ਦੇ ਲੀਡਰਸ ਦੇ ਨਾਲ ਬਾਹ ਜੋੜ ਕੇ ਖੜੀ ਕਰਕੇ ਇਕੱਠੇ ਖੜੇ ਹੈ, ਜਿਨ੍ਹਾਂ ਦੀ ਨਿੰਦਾ ਕਰਦੇ ਹੈ, ਜਿਨ੍ਹਾਂ ਨੂੰ ਅਪੋਜ਼ ਕਰਦੇ ਹੈ। ਉਹ ਤੋਂ ਅਗਲੀ ਗੱਲ, ਇੱਥੇ ਸੀਐਮ ਮਾਨ ਸਾਹਿਬ ਬੈਠੇ ਹੈ ਮਨੋਹਰ ਲਾਲ ਸਿੰਘ ਖੱਟਰ ਸਾਹਿਬ ਦੇ ਨਾਲ, ਜਿਨ੍ਹਾਂ ਦੀ ਨਿੰਦਾ ਕਰਦੇ ਹੈ, ਜਿਨ੍ਹਾਂ ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਖੜਿਆਲ ਸਾਹਿਬ ਤੁਸੀਂ ਰਿਐਕਟ ਕਰ ਦਿਓ, ਮੈਂ ਅੱਗੇ ਵਧਾਂ। ਤੁਸੀਂ ਪੁਆਇੰਟ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਨੂੰ ਲੈ ਕੇ ਟਿੱਪਣੀ ਕੀਤੀ ਗਈ, ਪਰ ਕੀ ਵਾਕਈ ਹੀ ਜੋ ਟਿੱਪਣੀਆਂ ਨਵਜੋਤ ਸਿੱਧੂ ਔਰ ਪ੍ਰਤਾਪ ਬਾਜਵਾ ਹੋਰਾਂ ਦੇ ਵੱਲੋਂ ਜਲੰਧਰ ਵਾਲੀ ਮੀਟਿੰਗ ਦੇ ਦੌਰਾਨ ਕੀਤੀਆਂ ਗਈਆਂ, ਕਿ ਉਹ ਜਸਟੀਫਾਈ ਹੋ ਜਾਏਗਾ? ਪਹਿਲੀ ਗੱਲ ਜਵਾਬ, 2 wrongs will never make one right। ਦੂਜੀ ਗੱਲ, ਸਿੱਧੂ ਸਾਹਿਬ ਜਾਂ ਬਾਜਵਾ ਸਾਹਿਬ ਮੁੱਖ ਮੰਤਰੀ ਨਹੀਂ ਹੈ, ਪੰਜਾਬ ਦੀ ਇਮੇਜ ਨੂੰ ਨਹੀਂ ਰਿਪਰੈਜ਼ੈਂਟ ਕਰਦੇ। ਤੀਜੀ ਗੱਲ, ਸੀਐਮ ਸਾਹਿਬ ਸੰਜੀਦਗੀ ਦਿਖਾ ਸਕਦੇ ਸੀਗੇ, ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਸਕਦੇ ਸੀ, ਨਹੀਂ ਦਿੱਤੀ। ਚੌਥੀ ਗੱਲ, ਜੇ ਡੈਫਾਮੇਟਰੀ ਸੀਗਾ ਬਿਆਨ ਤਾਂ ਕੋਰਟ ਜਾਂਦੇ ਨਹੀਂ ਗਏ। ਠੀਕ ਹੈ ਮਿੱਤਲ ਸਾਹਿਬ, ਬਹੁਤ ਛੋਟੀ ਸਟੇਟਮੈਂਟ, ਮੈਂ ਚਲੀ ਜਾ ਰੁਕ ਕਰਨਾ। ਦੇਖੋ ਪ੍ਰੈਸ ਕਾਨਫਰੰਸ ਜੇ ਹਰਪਾਲ ਚੀਮਾ ਸਾਹਿਬ ਕਰ ਸਕਦੇ ਸੀਗੇ ਦਲਿਤ ਇਸ਼ੂ ਤੇ ਹਰਪਾਲ ਚੀਮਾ ਸਾਹਿਬ ਨੇ ਕਟਾਰੂ ਚੱਕ ਇਸ਼ੂ ਤੇ ਪੀਸੀ ਕਿਉਂ ਨਹੀਂ ਕੀਤੀ? ਹਰਪਾਲ ਚੀਮਾ ਸਾਹਿਬ ਨੇ ਚੰਨੀ ਸਾਹਿਬ ਨੂੰ ਟਾਰਗੇਟ ਕੀਤਾ ਗਿਆ, ਜਵਾਬ ਲੈ ਨਹੀਂ ਪਲੀਜ਼ ਉਹਨਾਂ ਨੂੰ ਜਵਾਬ ਦੇ ਦਿਓ। ਹੋ ਗਿਆ ਤੁਹਾਨੂੰ ਐਂਕਰ ਰੋਕ ਰਹੇ ਜਦੋਂ ਚੰਨੀ ਸਾਹਿਬ ਨੂੰ ਪੋਲੀਟੀਕਲ ਡਾਟਾ ਦੇ ਤਹਿਤ ਟਾਰਗੇਟ ਕੀਤਾ ਗਿਆ, ਉਦੋਂ ਕਿਉਂ ਨਹੀਂ ਪ੍ਰੈਸ? ਠੀਕ ਹੈ, ਚਲੋ ਮਿੱਤਲ ਸਾਹਿਬ ਬਹੁਤ ਛੋਟੀ ਸਟੇਟਮੈਂਟ ਰੱਖਿਓ, ਬਿਲਕੁਲ ਪੁਆਇੰਟ ਦੇ ਉੱਤੇ, ਬਿਲਕੁਲ ਪੁਆਇੰਟ ਦੇ ਉੱਤੇ। ਠੀਕ ਹੈ, ਆਪਾਂ ਜਵਾਬ ਲਈਏ। ਮਿੱਤਲ ਸਾਹਿਬ ਜਵਾਬ ਦਿਵੋ, ਪੁਆਇੰਟ ਦੇ ਉੱਤੇ ਰਹੋ, ਕਿਉਂਕਿ ਫਿਰ ਡਿਬੇਟ ਡਿਬੇਟ ਐਕਸਟੈਂਡ ਕਰ ਲੈਣੇ ਅੱਧਾ ਘੰਟਾ ਹੋਰ। ਨਹੀਂ ਤੁਸੀਂ ਬੋਲੋ ਸਰ, ਆਪਣਾ ਜਵਾਬ ਦਿਓ। ਇਹਨਾਂ ਨੂੰ ਟਾਈਮ ਜ਼ਿਆਦਾ ਚਾਹੀਦਾ। ਤੁਹਾਨੂੰ ਤੁਹਾਡੇ ਕੋਲ ਜਵਾਬ ਹੀ ਨਹੀਂ ਹੈ, ਸਾਨੂੰ ਟਾਈਮ ਲੈਣਾ ਹੀ ਪੈਣਾ। ਹਾਂ ਨਾ, ਤੁਸੀਂ ਚੁੱਪ ਕਰਨ ਦੀ ਆਦਤ ਪਾ ਲਓ ਥੋੜੀ ਜਿਹੀ। ਆਦਤ ਤੁਹਾਨੂੰ ਕਹੂਗੀ ਪਲੀਜ਼ ਜਵਾਬ ਨਾ ਹੋਵੋ, ਲੋਕਾਂ ਤੱਕ ਗੱਲ ਪਹੁੰਚੇ। ਨਹੀਂ ਪਲੀਜ਼ ਰਿਕੁਐਸਟ ਹੈ ਮਿੱਤਲ ਜੀ, ਪੁਆਇੰਟ ਤੇ ਆਓ। ਗੱਲ ਇਹ ਆ, ਇਹਨਾਂ ਨੇ ਕਟਾਰੂ ਚੱਕ ਦੀ ਗੱਲ ਕੀਤੀ ਹੈ, ਇਹਨਾਂ ਨੇ ਗਵਰਨਰ ਸਾਹਿਬ ਦੀ ਗੱਲ ਕੀਤੀ ਹੈ। ਦੇਖੋ ਗੱਲ ਇਹ ਆ, ਉਹਦੇ ਉੱਪਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੇ ਜਿੱਦਾਂ ਹੀ ਇਨਵੈਸਟੀਗੇਸ਼ਨ ਦੀ ਅਗਰ ਜੋ ਵੀ ਰਿਪੋਰਟ ਹੋਏਗੀ, ਸਰਕਾਰ ਉਹਦੇ ਤੇ ਪ੍ਰੋਪਰ ਡਿਸੀਜਨ ਜਿਹੜਾ ਲਏਗੀ। ਰਹੀ ਗੱਲ ਗਵਰਨਰ ਸਾਹਿਬ ਲਾਲੂ ਪ੍ਰਸਾਦ ਜੀ ਨੂੰ ਜੱਫੀ ਪਾ ਰਹੇ ਸੀ, ਬੋਲੋ ਪਲੀਜ਼ ਰਿਕੁਐਸਟ ਹੈ ਕਿ ਕਰਦੇ ਆ, ਸਮਾਂ ਨਿਕਲ ਜਾਏਗਾ, ਸਮਾਂ ਨਿਕਲ ਜਾਏਗਾ। ਮੈਨੂੰ ਪਤਾ ਨਾ ਕੀ ਬੋਲਣਾ, ਮੈਂ ਉਹੀ ਕਹਿ ਰਿਹਾ ਕਿ ਮੈਨੂੰ ਪਤਾ ਡੋਂਟ ਜੱਫੀ ਪਾਣੀ ਗਲਤ ਹੈ ਨਾ, ਮੈਨੂੰ ਪਤਾ, ਮੈਂ ਦੱਸਦਾ, ਕਰੋ ਕਰਨਾ, ਮੈਂ ਦੱਸਦਾ ਕਿ ਤੁਸੀਂ ਪਾਈ ਹੈ, ਮੈਂ ਦੱਸਦਾ ਮੈਂ ਦੱਸਦਾ ਤੁਸੀਂ ਥੋੜਾ ਠੰਡ ਰੱਖੋ। ਮੈਂ ਪੂਰੀ ਠੰਡ ਹੈ ਜੀ, ਪਾਣੀ ਪੂਣੀ ਪੀ ਲਓ, ਪਾਣੀ ਪੀ ਲੈਣਾ, ਜਵਾਬ ਦੇ ਦਿਓ। ਬਿਮਾਰ ਹੋ ਜਾਓਗੇ, ਪਾਣੀ ਪੀ ਲੈਣਾ, ਜਵਾਬ ਦੇ ਦਿਓ। ਬਿਮਾਰ ਹੋ ਜਾਓਗੇ, ਪਾਣੀ ਪੂਣੀ ਪੀ ਲਓ, ਮੈਂ ਦੱਸ ਰਿਹਾ। ਪਾਣੀ ਪੀ ਲਿਆ, ਲੋ ਜਵਾਬ ਦੇ ਦਿਓ। ਹੁਣ ਬਹਿ ਤਾਂ ਜਾਓ, ਦੇ ਦਿਓ। ਚਲੋ ਟਾਈਮ ਖਰਾਬ ਹੋ ਰਿਹਾ, ਹੁਣ ਬਹਿ ਤਾਂ ਜਾਓ। ਬੈਠੇ ਹੀ ਹੈ, ਹਾਂ ਬੈਠ ਜਾਓ, ਖੜਾ ਤਾਂ ਹੀ ਨਹੀਂ। ਚੁੱਪ ਕਰ ਜਾਓ, ਹੁਣ ਥੋੜਾ ਜਿਹਾ ਸੁਣਨ ਦੀ ਮਾਦਾ ਰੱਖੋ। ਹੁਣ ਮੈਂ ਤੁਹਾਨੂੰ ਜਵਾਬ ਦੇ ਦਿਓ। ਦੇਖੋ ਇਹਨਾਂ ਨੇ ਪਹਿਲਾਂ ਨਵਜੋਤ ਇੱਕ ਵਾਰੀ ਬੋਲ ਲੈਣ ਤੋਂ ਗੱਲ ਉਹਨੂੰ ਰੱਖ ਲੈਣ ਦਿਓ। ਦੇਖੋ ਇਹਨਾਂ ਨੇ ਨਵਜੋਤ ਸਿੱਧੂ ਦੀ ਗੱਲ ਕੀਤੀ। ਨਵਜੋਤ ਸਿੱਧੂ ਉਹ ਸ਼ਖਸ ਹੈ ਜਿਹੜਾ ਕਹਿੰਦਾ ਸੀ ਕਾਂਗਰਸ ਤਸਵੀਰਾਂ ਨਾਲੋਂ ਜ਼ਿਆਦਾ ਬਦਨਾਮ, ਮੁੰਨੀ ਨਾਲੋਂ ਜ਼ਿਆਦਾ ਬਦਨਾਮ। ਮੈਂ ਗੱਲ ਦੱਸਾਂ, ਡੈਫਾਮੇਟਰੀ ਬਿਆਨ ਨੂੰ ਰਿਪੀਟ ਕਰਨਾ ਆਫੈਂਸ ਹੈ। ਗੌਰਵ ਜੀ ਦੱਸ ਦਿਓ ਨਾ, ਡੈਫਾਮੇਟਰੀ ਬਿਆਨ ਨੂੰ ਰਿਪੀਟ ਕਰਨਾ ਆਫੈਂਸ ਹੈ। ਡੋਂਟ ਥ੍ਰੈਟ ਮੀ, ਡੋਂਟ ਥ੍ਰੈਟ ਮੀ, ਡੋਂਟ ਨਾ ਕਰੋ। ਡੋਂਟ ਥ੍ਰੈਟ ਮੀ, ਇਟ ਇਜ਼ ਨਾਟ ਅ ਥ੍ਰੈਟ, ਡੋਂਟ ਥ੍ਰੈਟ ਮੀ, ਇਟ ਇਜ਼ ਨਾਟ ਅ ਥ੍ਰੈਟ। ਪਲੀਜ਼ ਇਸ ਤਰੀਕੇ ਨਾਲ ਆਈ ਨੋ ਦੈਟ, ਡੋਂਟ ਇੱਕ ਵਾਰੀ ਕੰਪਲੀਟ ਕਰਨ ਦਿਓ। ਮਿੱਤਲ ਸਾਹਿਬ ਤੁਸੀਂ ਗੱਲ ਕੰਪਲੀਟ ਕਰੋ। ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਹੋ, ਲੋਕਾਂ ਨੂੰ ਆਪਣਾ ਜਵਾਬ ਦਿਓ। ਡੈਫਾਮੇਟਰੀ ਬਿਆਨ ਨਾਲ ਰਿਪੀਟ ਕਰੋ। ਮੈਂ ਕਰੂੰਗਾ, ਜੇ ਕਰੋਗੇ ਤੁਸੀਂ ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਜਿੰਨਾ ਜ਼ੋਰ ਆ ਲਾ ਲਓ, ਜਿੰਨਾ ਨੋਟਸ ਭੇਜਣੇ ਭੇਜ ਲਓ। ਨਹੀਂ ਪਲੀਜ਼ ਥੋੜਾ ਜਿਹਾ ਡੈਕੋਰਮ ਰੱਖੀਏ, ਮੇਰੀ ਰਿਕੁਐਸਟ ਹੈ ਦੋਵਾਂ ਨੂੰ। ਜਿਹੜਾ ਕਹਿੰਦਾ ਸੀ ਡੈਫਾਮੇਸ਼ਨ ਨਾਲ ਰਿਪੀਟ ਕਰਨਾ, ਡੈਫਾਮੇਟਰੀ ਬਿਆਨ ਨਾਲ ਰਿਪੀਟ ਕਰਨਾ। ਕਦੇ ਮੋਦੀ ਨੂੰ ਆਪਣਾ ਫਾਦਰ ਬਣਾ ਲਿਆ, ਕਦੇ ਮਨਮੋਹਨ ਸਿੰਘ ਨੂੰ ਫਾਦਰ ਬਣਾ ਲਿਆ। ਉਹ ਸਟੈਂਡ ਕੀ ਹੈ? ਨਵਜੋਤ ਸਿੱਧੂ ਦਾ ਸਟੈਂਡ ਕੀ ਹੈ? ਅਗਰ ਮਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਦੇ ਪੈਰੀਂ ਹੱਥ ਲਾਏ, ਕੀ ਨਵਜੋਤ ਸਿੰਘ ਸਿੱਧੂ ਨੇ ਉਸ ਗੱਲ ਦੀ ਲਾਜ ਰੱਖੀ? ਕਿ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸ਼ਰਮ ਆਉਣੀ ਚਾਹੀਦੀ ਸੀ ਕਿ ਮਾਨ ਸਾਹਿਬ ਮੇਰੇ ਪੈਰੀਂ ਹੱਥ ਲਾ ਕੇ ਮੈਨੂੰ ਕੁਝ ਸਮਝ ਰਹੇ ਨੇ, ਮੇਰੀ ਇੱਜ਼ਤ ਦੇ ਰਹੇ ਨੇ ਮੈਨੂੰ, ਤੇ ਮੈਂ ਉਹਨਾਂ ਦੇ ਬਾਰੇ ਕੀ ਬਕਵਾਸ ਕਰ ਰਿਹਾ? ਪੁਰਾਣੀ ਤਸਵੀਰ ਹੈ ਉਹ। ਨਹੀਂ ਬਹੁਤ ਪੁਰਾਣੀ ਹੈ, ਇਹ ਬਕਵਾਸ ਹੈ। ਬਕਵਾਸ ਚੰਗੇ ਤਰੀਕੇ ਨਾਲ ਕਰੋ। ਪਾਰਟੀ ਦਾ ਕਿਰਦਾਰ ਦਿਖਾ ਰਹੇ ਹੋ, ਨਵਜੋਤ ਸਿੰਘ ਸਿੱਧੂ ਨੇ ਬਕਵਾਸ ਪਾਰਟੀ ਦਾ ਕੈਰੈਕਟਰ ਦਿਖਾ ਰਹੇ ਹੋ। ਇੱਕ ਵਾਰੀ ਗੱਲ ਕੰਪਲੀਟ ਕਰ ਲੈਣ ਦਿਓ। ਮਾਫੀ ਮੰਗਣ, ਬਿਲਕੁਲ ਨਹੀਂ ਮੰਗਾਂਗੇ। ਇਹਨਾਂ ਨੂੰ ਕੋਈ ਮਾਫੀ ਮੰਗਣ। ਦੂਜੀ ਗੱਲ ਬਕਵਾਸ ਦੂਜੀ ਗੱਲ ਗੌਰਵ ਜੀ, ਇਹਦਾ ਨੋਟਿਸ ਲਓ। ਮੈਂ ਕਰਕੇ ਕਿਉਂਕਿ ਮੈਨੂੰ ਲੱਗ ਰਿਹਾ ਕਿ ਬਹੁਤ ਸਾਰੇ ਵਰਡਸ ਤਾਂ ਸ਼ਾਇਦ ਦਰਸ਼ਕਾਂ ਤੱਕ ਪਹੁੰਚ ਹੀ ਨਹੀਂ ਪਾ ਰਹੇ, ਉਹ ਵਿਚਾਲੇ ਹੀ ਆਪਣੀ ਬਹਿਸ ਦੇ ਵਿਚਾਲੇ ਰੋੜ ਰਹੇ। ਠੀਕ ਹੈ, ਤੁਹਾਡਾ ਪੁਆਇੰਟ ਠੀਕ ਹੈ, ਉਹਨਾਂ ਦਾ ਪੁਆਇੰਟ ਠੀਕ ਹੈ। ਗੱਲ ਤਾਂ ਉਹੀ ਹੈ ਕਿ ਆਪਾਂ ਸ਼ਬਦਾਂ ਨੂੰ ਲੈ ਕੇ ਪੂਰੀ ਚਰਚਾ ਕਰ ਰਹੇ ਹਾਂ। ਅੱਜ ਆਪਾਂ ਇਸ ਡਿਬੇਟ 'ਚ ਸ਼ਬਦਾਂ ਦਾ ਜੇਕਰ ਚੈਨ ਵਧੀਆ ਨਹੀਂ ਕਰ ਸਕਦੇ ਤਾਂ ਫਿਰ ਕੀ ਕਰਾਂਗੇ? ਮਾਫੀਆਂ ਮੰਗੀਆਂ ਮਿੱਤਲ ਸਾਹਿਬ, ਮੈਂ ਉਹੀ ਕਹਿ ਰਿਹਾ ਅਮਰਿੰਦਰ ਸਿੰਘ ਨੇ ਮੰਗਿਆ ਥੋੜੀ ਵੇਟ ਕਰੋ ਸਰ, ਥੋੜੀ ਵੇਟ ਕਰੋ। ਖੜਿਆਲ ਸਾਹਿਬ, ਮਿੱਤਲ ਸਾਹਿਬ, ਨਹੀਂ ਖੜਿਆਲ ਸਾਹਿਬ, ਮਿੱਤਲ ਸਾਹਿਬ ਵੇਟ ਕਰੋ। ਨਹੀਂ ਚੰਨੀ ਦਾ ਰੁਕ ਕਰ, ਸਾਰਾ ਸਮਾਂ ਖਰਾਬ ਹੋ ਜਾਏਗਾ।
सारा समा खराब हो जाएगा। नहीं मित्तल साहब वेट करो, फिर मित्तल साहब वेट करो, इकट्ठे जवाब दो। थोड़े खड़ियाल साहब मित्तल साहब वेट करो प्लीज। एक बार मैं चन्नी का रुख कर लवां, बहुत देर इंतजार कर रहे हैं मित्तल जी, फिर इकट्ठे जवाब दे लियो। मैं चन्नी जी नैक्सट लैवल ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਈਏ। ਦੇਖੋ ਆਪਾਂ ਜਿਸ ਪੁਆਇੰਟ ਤੋਂ ਸ਼ੁਰੂ ਕਰਿਆ ਸੀ ਕਿ ਬੋਲਣ ਤੋਂ ਪਹਿਲਾਂ ਤੋਲਣ ਵਾਲੀ ਗੱਲ ਆਪਾਂ ਭੁੱਲਦੇ ਜਾ ਰਹੇ ਹਾਂ ਤੇ ਸ਼ਾਇਦ ਘੁੰਮ ਫਿਰ ਕੇ ਕਹਾਣੀ ਉੱਥੇ ਹੀ ਖੜੀ ਹੈ। ਹੁਣ ਸਵਾਲ ਇਹੀ ਆਪਾਂ ਬਿਲਕੁਲ ਕਨਕਲੂਡ ਕਰਨ ਵਾਲੇ ਪਾਸੇ ਵਧ ਰਹੇ ਹਾਂ ਕਿ ਕੋਈ ਤਰੀਕਾ ਹੈ ਜਿਸ ਦੇ ਨਾਲ ਰੋਕਿਆ ਜਾ ਸਕੇ, ਕੋਈ ਤਰੀਕਾ ਹੈ ਜਿਸ ਦੇ ਨਾਲ ਸਿਆਸਤਦਾਨ ਜਦੋਂ ਬੋਲਣ ਤਾਂ ਉਹ ਜ਼ਰੂਰ ਸੋਚ ਸਮਝ ਕੇ ਬੋਲਣ ਕਿ ਹਾਂ ਚਾਹੇ ਉਹ ਸੀਐਮ ਨੂੰ ਬੋਲ ਰਹੇ ਨੇ ਜਾਂ ਫਿਰ ਕਿਸੇ ਹੋਰ ਆਗੂ ਨੂੰ ਲੈ ਕੇ ਕੋਈ ਟਿੱਪਣੀ ਹੋ ਰਹੀ ਹੈ। ਜੀ ਮੈਂ ਬੜਾ ਹੈਰਾਨ ਹੈ ਕਿ ਆਪਾਂ ਅੱਜ ਲੀਡਰਾਂ ਦੀ ਗੱਲ ਕਰਦੇ ਸੀ ਤੇ ਸ਼ਾਇਦ ਲੀਡਰਾਂ ਤੋਂ ਜ਼ਿਆਦਾ ਸਾਨੂੰ ਜ਼ਿੰਮੇਵਾਰੀ ਤੇ ਇੱਕ ਰੋਲ ਮਿਲਿਆ ਸੀਗਾ 4-5 ਬੰਦਿਆਂ ਨੂੰ ਆਪਾਂ ਨੂੰ ਕਿ ਅਸੀਂ ਤਹਿਜੀਬ ਦੀ ਗੱਲ ਲੋਕਾਂ ਤੱਕ ਪਹੁੰਚਾਈਏ। ਤੇ ਮੇਰੇ ਖਿਆਲ ਤੇ ਤੁਹਾਨੂੰ ਸਟੂਡੀਓ ਦੇ ਵਿੱਚ ਮਾਰਸ਼ ਰੱਖਣੇ ਪੈਣੇ ਹੈ ਜਿਸ ਤਰ੍ਹਾਂ ਦੀ ਤਾਨੋ ਮੇਣੋ ਮੇਣੀ ਹੋ ਰਹੇ। ਮਤਲਬ ਅਸੀਂ ਵੀ ਇੱਥੇ ਵੀ ਤਹਿਜੀਬ ਜੇ ਨਹੀਂ ਰੱਖ ਰਹੇ ਤਾਂ ਫਿਰ ਅਸੀਂ ਮੈਸੇਜ ਜਿਹੜਾ ਹੈਗਾ ਦੇ ਰਹੇ। ਹੁਣ ਪ੍ਰੋਬਲਮ ਪਤਾ ਕੀ ਹੈ ਕਿ ਜਿੰਨੇ ਵੀ ਸਾਡੇ ਸਿਆਸਤਦਾਨ ਨੇ ਉਹ ਪਿਕ ਐਂਡ ਚੂਜ਼ ਕਰਦੇ, ਜਿਹੜਾ ਮੁੱਦਾ ਜਦੋਂ ਉਹਨਾਂ ਨੂੰ ਠੀਕ ਕਰਦਾ ਜਿਸ ਵੇਲੇ ਠੀਕ ਜਿੱਥੇ ਠੀਕ ਉਹ ਚੁੱਕਦੇ, ਉਹ ਮੁੱਦੇ ਤੇ ਨਹੀਂ ਖੜਦੇ, ਮੁੱਦੇ ਨੂੰ ਬਦਲੀ ਜਾਂਦੇ ਨੇ। ਹੁਣ ਤੁਸੀਂ ਇਹ ਦੇਖੋ ਵੀ ਜਿਹੜੀਆਂ ਪਾਰਟੀਆਂ ਨੂੰ ਇੰਨੀਆਂ ਗਾਲਾਂ ਕੱਢਦੇ ਆ ਉਹਨਾਂ ਪਾਰਟੀਆਂ ਦੇ ਦਰਵਾਜ਼ੇ ਤੇ ਇਹ ਲੈ ਕੇ ਠੂਠਾ ਲੈ ਕੇ ਉੱਥੋਂ ਭੀਖ ਮੰਗ ਰਹੇ ਨੇ ਤੇ ਇਹ ਕਿੱਦਾਂ ਕੰਮ ਚੱਲ ਸਕਦਾ ਜੇ ਤੁਹਾਡੀ ਜਿਹੜੀ ਥਿੰਕਿੰਗ ਪ੍ਰੋਸੈਸ ਨਹੀਂ ਰਲਦਾ, ਤੁਹਾਡੇ ਪ੍ਰਿੰਸੀਪਲਸ ਨਹੀਂ ਰਲਦੇ, ਤੁਹਾਡੇ ਸਕੂਲ ਆਫ ਥਾਟ ਨਹੀਂ ਨਾਲ ਰਲਦਾ, ਤੁਸੀਂ ਉਹੋ ਜਿਹੀਆਂ ਗੱਲਾਂ ਕਿਉਂ ਕਰਦੇ? ਹੁਣ ਇਹ ਕਹਿੰਦੇ ਆ ਮਤਲਬ ਕੰਮ ਵਟ ਮੇਕ ਕਿ ਸਾਡਾ ਆ ਮਤਲਬ ਹੁਣ ਜਿਹੜਾ ਦਿੱਲੀ ਦਾ ਆਰਡੀਨੈਂਸ ਆ ਉਹ ਤੇ ਇਕੱਠੇ ਹੋ ਜਾਓ। ਪਹਿਲਾਂ ਇਹਨਾਂ ਰੌਲਾ ਪਾਇਆ ਆਪਰੇਸ਼ਨ ਲੋਟਸ ਦਾ, ਪਤਾ ਨਹੀਂ ਕੀ ਪ੍ਰੈਸ ਕਾਨਫਰੰਸ ਦੇ ਉਹ ਪਤਾ ਨਹੀਂ ਕਿੱਧਰ ਗਿਆ। ਮੁੱਦੇ ਚੱਕਦੇ ਨੇ ਆਪਦੀ ਲੋੜ ਨੂੰ ਦੂਜੇ ਦੀ ਮਤਲਬ ਦੂਜੇ ਦੇ ਖਿਲਾਫ। ਫਿਰ ਤੁਸੀਂ ਦੇਖੋ ਜਿਹੜੇ ਗੈਂਗਸਟਰ ਸੀ ਜਾਂ ਉਹਨਾਂ ਦੀ ਇੰਟਰਵਿਊ ਸੀ ਜਾਂ ਜੇਲ੍ਹਾਂ 'ਚ ਮਰਡਰ ਹੋਏ, ਕਿਹੜੇ ਇੱਕ ਮੁੱਦੇ ਨੂੰ ਅਸੀਂ ਬੇਅਦਬੀਆਂ ਜਾਂ ਅਜਨਾਲਾ ਪੁਲਿਸ ਸਟੇਸ਼ਨ ਅਸੀਂ ਮੁੱਦੇ ਹੁਣ ਕਟਾਰੂ ਚੱਕ ਤੇ ਰੱਖ ਲਓ। ਤੀਜਾ ਰਿਮਾਈਂਡਰ ਆ ਗਿਆ ਨੈਸ਼ਨਲ ਜਿਹੜਾ ਕਮਿਸ਼ਨ ਦਾ ਫਸਟ ਸ਼ਡਿਊਲ ਕਾਸਟ, ਕੋਈ ਐਕਸ਼ਨ ਨਹੀਂ ਹੈਗਾ ਔਰ ਹੀ ਇਜ਼ ਗੋਇੰਗ ਟੂ ਸਮਨ ਔਰ ਉਹ ਐਕਸ਼ਨ ਲੈਣਗੇ। ਮਤਲਬ ਉਹ ਹੀ ਇਜ਼ ਆਥੋਰਾਈਜ਼ਡ ਆਫ ਕੰਸਟੀਟਿਊਸ਼ਨਲ ਬੋਡੀ ਹੈਗੀ। ਪਰ ਅਸੀਂ ਕੀ ਕਰਦੇ ਹਾਂ ਕਿ ਕਿਹੜੇ ਮੁੱਦੇ ਨੂੰ ਚੱਕਣਾ ਹੈ, ਕਿਹਨੂੰ ਦਬਾਉਣਾ ਹੈ, ਕਿਹਨੂੰ ਇਗਨੋਰ ਕਰਨਾ ਹੈ, ਇਹ ਜਿੰਨੀ ਦੇਰ ਚੀਜ਼ਾਂ ਅਸੀਂ ਕਰਾਂਗੇ ਅਸੀਂ ਲੋਕਾਂ ਨੂੰ ਚੰਗੀ ਗੱਲ ਨਹੀਂ ਰੱਖ ਸਕਦੇ। ਸਾਨੂੰ ਠੀਕ ਨੂੰ ਠੀਕ ਕਹਿਣਾ ਪਏਗਾ, ਗਲਤ ਨੂੰ ਗਲਤ ਕਹਿਣਾ ਪਏਗਾ ਔਰ ਜੋ ਅਸੀਂ ਆਪਣੇ ਆਪ ਦੇ ਪ੍ਰਿੰਸੀਪਲ ਰੱਖ ਲਏ ਜਾਂ ਆਪਣੇ ਅਸੀਂ ਜਿਹੜੀਆਂ ਅਸੀਂ ਪ੍ਰਾਇਰਟੀਜ਼ ਰੱਖ ਲਈਆਂ ਉਹਨਾਂ ਤੇ ਸਾਨੂੰ ਉਹਨੂੰ ਜ਼ਰੂਰ ਢੁਕਣਾ ਪਏਗਾ। ਔਰ ਮੈਂ ਫੇਰ ਕਹਾਂਗਾ ਇੱਕ ਵਾਰ ਫੇਰ ਕਿ ਸਰਦਾਰ ਭਗਵੰਤ ਸਿੰਘ ਮਾਨ ਜੇ 2-3 ਦਿਨ ਚੁੱਪ ਕਰ ਜਾਣਗੇ ਕੋਈ ਕੁਝ ਨਹੀਂ ਘਟਦਾ, ਆਪੇ ਲੋਕ ਚੁੱਪ ਕਰ ਜਾਣਗੇ। ਪਰ ਬੀਇੰਗ ਦੀ ਚੀਫ ਮਿਨਿਸਟਰ ਹੈਡ ਆਫ ਦੀ ਸਟੇਟ ਉਹਨਾਂ ਨੂੰ ਇਹ ਆਪਣਾ ਹੈਡ ਆਫ ਦਾ ਗਵਰਨਮੈਂਟ ਸਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੂੰ ਇਹ ਰੋਲ ਨਿਭਾਉਣਾ ਪਏਗਾ। ਜੇ ਉਹਨਾਂ ਨੇ ਆਪੋਜੀਸ਼ਨ ਦਾ ਕੋਈ ਜਾਂਦਾ ਨਹੀਂ ਤੇ ਚੀਫ ਮਿਨਿਸਟਰ ਨੂੰ ਇਹਦਾ ਘਾਟਾ ਪਏਗਾ। ਸੋ ਮੇਰਾ ਮਤਲਬ ਇਹ ਹੈਗਾ ਕਿ ਜੇ ਲੋਕਾਂ ਨੇ ਉਹਨੂੰ ਸਭ ਤੋਂ ਵੱਧ ਮਾਣ ਦਿੱਤਾ ਹੈ ਤਾਂ ਉਹ ਮਾਣ ਨੂੰ ਰੱਖਣ ਔਰ ਉਹ ਮਾਣ ਫਿਰ ਆਪਣੇ ਆਪ ਦੂਜੇ ਦੇਖੋ ਲੋਕਾਂ ਨੂੰ ਕਿਸੇ ਨੂੰ ਵੀ ਗਾਲਾਂ ਕੱਢ ਕੇ ਤੁਸੀਂ ਕੁਝ ਦੇ ਵਿੱਚੋਂ ਕੱਢ ਸਕਦੇ। ਤੁਸੀਂ ਇੱਕ ਦੀ ਜ਼ਬਾਨ ਕਰਦੀ ਦੂਜੇ ਦੀ ਕਹਿੰਦੀ ਟੁਡੇ ਹੀ ਸੇ ਕਿ ਮੈਂ ਤਾਂ ਆਹ ਕਰ ਦੂੰ ਉਹ ਕਰ ਦੂੰ, ਇਹ ਕੋਈ ਬਹੁਤ ਹੀ ਸਿਆਣੀ ਗੱਲ ਨਹੀਂ। ਉਹ ਚੀਫ ਮਿਨਿਸਟਰ ਦਾ ਲੈਵਲ ਨਹੀਂ ਹੈਗਾ ਕਿ ਉਹ ਇਦਾਂ ਦੀਆਂ ਗੱਲਾਂ ਕਰ। ठीक है चलो मैं जवाब ਗੱਲ ਕਹੂੰਗਾ ਸਿਰ जी मेरे को समय पूरा मैं एक मिनट लेना आ गया एनसीएससी ਵੱਲੋਂ मित्तल साहब थोड़े वेट करो ਤੁਹਾਨੂੰ ਸਮਾਂ ਦਊਂਗਾ ਬੇਫਿਕਰ ਲਾਈਨ ਹੀ ਬੋਲਣੀ ਹੈ ਜੀ। ਗੌਰਵ ਜੀ ਆ ਕਟਾਰੂ ਚੱਕ ਸਾਹਿਬ ਦੇ ਕੇਸ ਦੇ ਵਿੱਚ ਇਸ਼ੂ ਨੋਟਿਸ ਆਇਆ ਹੈ ਜੀ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟ ਵੱਲੋਂ ਤੀਜਾ ਖਤ ਆ ਗਿਆ ਹੈ ਗਵਰਨਰ ਸਾਹਿਬ ਵੱਲੋਂ। ਉਹਦੇ ਬਾਵਜੂਦ ਜੇ ਸਰਕਾਰ ਐਕਸ਼ਨ ਨਹੀਂ ਲੈ ਰਹੀ ਤਾਂ ਮੈਨੂੰ ਲੱਗਦਾ ਇਹ ਤੋਂ ਮੰਦਭਾਗੀ ਗੱਲ ਕੋਈ ਹੋ ਨਹੀਂ ਸਕਦੀ। ਚਲੋ ਆਪਾਂ ਜਵਾਬ ਲਵਾਂਗੇ। ਜੀ ਬਿਆਨ ਦਿੱਤਾ ਕਿਉਂ ਗਿਆ ਗੌਰਵ ਜੀ ਅੱਜ ਵਾਲਾ ਭਗਵੰਤ ਮਾਨ ਸਾਹਿਬ ਦੁਆਰਾ ਤਾਂ ਕਿ ਇਹ ਤੇ ਅਟੈਂਸ਼ਨ ਨਾ ਜਾਵੇ, ਅਟੈਂਸ਼ਨ ਚਲੀ ਜਾਵੇ ਆਪੋਜੀਸ਼ਨ ਪਾਰਟੀਆਂ ਤੇ। ਚਲੋ ਠੀਕ ਹੈ ਗੌਰਵ ਜੀ ਮੈਨੂੰ ਲੱਗਦਾ ਜਿਸ ਮਿੱਤਲ ਸਾਹਿਬ ਥੋੜੇ ਵੇਟ ਕਰੋ, ਤੁਹਾਡੇ ਤੋਂ ਫਾਈਨਲ ਰਿਐਕਸ਼ਨ ਲਵਾਂਗਾ। ਸਮਾਂ ਬਹੁਤ ਪੂਰਾ ਕਲੇਰ ਸਾਹਿਬ ਕੁਝ ਕਹਿਣਾ ਕਰਦੀ ਕਿਤੇ ਇਹਨਾਂ ਦੇ ਸੁਪਨੇ ਚ ਤਾਂ ਨਹੀਂ ਨਹੀਂ ਪਲੀਜ਼ ਥੋੜਾ ਪੰਜਾਬ ਕਰ ਰਿਹਾ ਖੜਿਆਲ ਸਾਹਿਬ ਮਿੱਤਲ ਜੀ ਕਲੇਰ ਸਾਹਿਬ ਥੋੜਾ ਜਿਹਾ ਜ਼ਰੂਰ ਸਮਾਂ ਮੇਰੇ ਕੋਲ ਪੂਰਾ ਆਪਣੀ ਗੱਲ ਰੱਖ ਲਿਓ। ਕਲੇਰ ਜੀ ਮੈਂ ਨਾ ਜੀ ਗੋਬਿੰਦਰ ਮਿੱਤਲ ਸਾਹਿਬ ਨੂੰ 2-3 ਗੱਲਾਂ ਫੇਰ ਪੁੱਛਦਾ। ਦੇਖੋ ਮੁੱਖ ਮੰਤਰੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੁੱਖ ਮੰਤਰੀ ਵਾਲੀਆਂ ਤਾਂ ਹੈ ਨਹੀਂ ਔਰ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ ਉਹ ਮੁੱਖ ਮੰਤਰੀ ਸਾਹਿਬ ਨੇ ਆਪ ਇਨਵਾਈਟ ਕੀਤੀਆਂ ਨੇ। ਦੇਖੋ ਸ਼ਰਾਬ ਪੀਣਾ, ਮੁੱਖ ਮੰਤਰੀ ਸਾਹਿਬ ਦਾ ਪਬਲਿਕ ਫੰਕਸ਼ਨ ਤੇ ਜਾਣਾ ਉਹ ਕੋਈ ਧਰਿਆ ਛੁਪਿਆ ਨਹੀਂ ਕਿਉਂਕਿ ਸਟੇਜ ਤੇ ਖੜ ਕੇ ਆਪਣੇ ਮਾਤਾ ਜੀ ਦੀ ਸਹੁੰ ਖਾਧੀ, ਕੇਜਰੀਵਾਲ ਦੀ ਹਾਜ਼ਰੀ 'ਚ ਖਾਧੀ। ਉਹ ਤਾਂ ਹੀ ਖਾਣੀ ਪਈ ਨਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਸ਼ਰਾਬ ਦੀ ਆਦਤ ਐਡੀ ਭੈੜੀ ਸੀ ਕਿ ਕੇਜਰੀਵਾਲ ਨੇ ਆ ਕੇ ਸਹੁੰ ਚੁਕਵਾਈ, ਭਾਈ ਤੂੰ ਨਹੀਂ ਪੀਏਗਾ ਦਾਰੂ। ਪਰ ਉਹ ਕੰਮ ਨਿਰੰਤਰ ਜਾਰੀ ਹੈ ਜਰਮਨੀ, ਚਾਹੇ ਫਲਾਈਟ ਚੋਂ ਲਾਉਣਾ ਹੋਵੇ ਚਾਹੇ ਤਖਤ ਸਾਹਿਬ ਤੇ ਜਾਣਾ ਹੋਵੇ। ਔਰ ਦੂਸਰੀ ਗੱਲ ਮਿੱਤਲ ਸਾਹਿਬ ਜਵਾਬ ਦਿਓ, ਕਿਹੜਾ ਪੰਜਾਬ ਦਾ ਐਸਾ ਮੁੱਖ ਮੰਤਰੀ ਹੈ ਜਿਹਨੇ ਗੁਰਦੁਆਰਿਆਂ 'ਚ 144 ਲਾਈ ਹੋਵੇ? ਗੁਰਦੁਆਰਿਆਂ 'ਚ ਦੇਖੋ ਵਿੱਚ ਨਹੀਂ ਬੋਲਣਾ, ਬਾਅਦ 'ਚ ਗੱਲ ਦਾ ਜਵਾਬ ਦਿਓ।
ਤੀਸਰੀ ਗੱਲ, ਮੁੱਖ ਮੰਤਰੀ ਸਾਹਿਬ ਨੇ ਕੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜਿਹੜੇ ਪੋਲੀਟੀਕਲ ਓਪੋਨੈਂਟ ਸੀ ਕਿਸ ਤੋਂ ਕੋਈ ਫੇਵਰ ਨਹੀਂ ਲਿਆ। ਮੁੱਖ ਮੰਤਰੀ ਦੀਆਂ ਮੈਂ ਤੁਹਾਨੂੰ 10 ਵੀਡੀਓ ਕੱਢ ਦੂੰਗਾ ਜਦੋਂ ਪਿੱਛੇ ਕਹਿੰਦੇ ਸੀ ਬਾਦਲ ਸਾਹਿਬ ਗੱਲ ਸੁਣ ਲਓ, ਕੀ ਬਾਦਲ ਸਾਹਿਬ ਦਾ ਸਤਿਕਾਰ ਰੱਖਿਆ? ਮੁੱਖ ਮੰਤਰੀ ਨੇ ਤਾਂ ਮਰੇ ਹੋਏ ਲੋਕਾਂ ਦੇ ਸਿਵੇ ਤੱਕ ਫਰੋੜ ਲਏ। ਇਹ ਮੁੱਖ ਮੰਤਰੀ ਦਾ ਆਪਣਾ ਕਿਰਦਾਰ ਹੈ। ਠੀਕ ਹੈ, ਚਲੋ ਮੁੱਖ ਮੰਤਰੀ ਦਾ ਜਵਾਬ ਹੈ, ਤੁਸੀਂ ਚੀਕਾਂ ਮਾਰਦੇ ਹੋ। ਕਲੇਰ ਸਾਹਿਬ ਜਵਾਬ ਲੈਣਾ, ਸਮਾਂ ਪੂਰਾ। ਮੈਂ ਗੌਰਵ ਜੀ ਲਾਸਟ ਗੱਲ ਕਹਿਣੀ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਮਰਿਆਦਾ 'ਚ ਰਹਿਣ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ, ਡਿਵੈਲਪਮੈਂਟ ਦੀ ਗੱਲ ਕਰਨ। ਨਿੱਜੀ ਰਿਸ਼ਤਿਆਂ ਤੇ ਟਿੱਪਣੀ ਮੁੱਖ ਮੰਤਰੀ ਨੇ ਸ਼ੁਰੂ ਕੀਤੀ ਹੈ, ਸੋ ਤਾਂ ਮੁੱਖ ਮੰਤਰੀ ਹੋ ਰਹੀ ਹੈ। ਮੁੱਖ ਮੰਤਰੀ ਉਹਨੂੰ ਬੰਦ ਕਰਕੇ ਪੰਜਾਬ ਤੇ ਧਿਆਨ ਦੇਣ, ਪੰਜਾਬ ਦੀ ਡਿਵੈਲਪਮੈਂਟ ਤੇ ਧਿਆਨ ਦੇਣ। ਠੀਕ ਹੈ ਮਿੱਤਲ ਸਾਹਿਬ, ਤੁਸੀਂ ਆਪਣੀ ਗੱਲ ਰੱਖ ਲਿਓ। ਮੇਰੀ ਰਿਕੁਐਸਟ ਹੈ ਕਿ ਇੱਕ ਵਾਰੀ ਉਹਨਾਂ ਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦਿਓ। ਮਿੱਤਲ ਜੀ ਦੇਖੋ ਗੱਲ ਇਹ ਆ ਗੌਰਵ ਜੀ, ਮੈਂ ਇੱਕ ਗੱਲ ਕਹਿਣੀ ਆ ਕਿ ਜੋ ਇਹਨਾਂ ਨੇ ਗੱਲਾਂ ਕੀਤੀਆਂ ਇਹ ਗੱਲ ਸਿਰਫ ਇਸ ਕਰਕੇ ਕਰ ਰਹੇ ਨੇ ਕਿਉਂਕਿ ਅੱਜ ਜਿਸ ਤਰੀਕੇ ਨਾਲ ਸਾਰਾ ਮਾਫੀਆ ਜਲੰਧਰ ਦੇ ਵਿੱਚ ਇਕੱਠਾ ਹੋਇਆ, ਹਮਦਰਦ ਦਾ ਮਾਫੀਆ, ਅਕਾਲੀ ਦਲ ਦਾ ਮਾਫੀਆ, ਕਾਂਗਰਸ ਦਾ ਮਾਫੀਆ, ਇਹ ਸਾਰਾ ਮਾਫੀਆ ਜਿਸ ਤਰੀਕੇ ਨਾਲ ਇਕੱਠਾ ਹੋਇਆ ਔਰ ਵਿਜੀਲੈਂਸ ਜਾਂਚ ਜਿਵੇਂ ਇਹਨਾਂ ਲੋਕਾਂ ਦੀ ਸ਼ੁਰੂ ਹੋਈ ਆ, ਉਸ ਗੱਲ ਤੋਂ ਇਹ ਲੋਕ ਬੁਰੀ ਤਰ੍ਹਾਂ ਬਖਲਾਏ ਹੋਏ ਨੇ। ਇਸ ਕਰਕੇ ਇਹ ਮੁੱਖ ਮੰਤਰੀ ਸਾਹਿਬ ਨੂੰ ਬਾਰ-ਬਾਰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇੱਕ ਲੋਕਾਂ ਦੀ ਚੁਣੀ ਹੋਈ ਸਰਕਾਰ, ਇਹ ਜਾਂਚ ਜਿਹੜੀ ਹੈਗੀ ਵਿਜੀਲੈਂਸ ਚੱਲੇਗੀ। ਤੁਹਾਡਾ ਜਿਹੜਾ ਮਾਫੀਆ, ਤੁਹਾਡੀ ਤੁਸੀਂ ਜਿਹੜੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਪੁਆਇੰਟ ਆ ਗਿਆ। ਤੁਸੀਂ ਸਟਾਰਟ ਮੈਂ ਬਹੁਤ ਛੋਟਾ ਜਿਹਾ ਸਵਾਲ ਹੈ ਜੋ ਚੰਨੀ ਜੀ ਨੇ ਗੱਲ ਕਹੀ। ਦੇਖੋ ਬਹੁਤ ਰੌਲੇ ਦੇ ਵਿਚਾਲੇ ਇੱਕ ਪੁਆਇੰਟ ਉਧਰੋਂ ਨਿਕਲ ਕੇ ਆਇਆ ਕਿ ਕਿਸੇ ਨਾ ਕਿਸੇ ਨੂੰ ਵੱਡਾ ਦਿਲ ਦਿਖਾਣਾ ਹੋਏਗਾ ਕਿ ਕੋਈ ਗੱਲ ਨਹੀਂ, ਤੁਸੀਂ ਬੋਲੇ, ਮੈਂ ਨਹੀਂ ਬੋਲਾਂਗਾ, ਮੈਂ ਇੱਥੇ ਫੁੱਲ ਸਟਾਪ ਲਗਾਉਣਾ। ਕਿ ਉਹ ਸੀਐਮ ਹੋ ਸਕਦੇ ਨੇ ਜਾਂ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੋ ਸਕਦੇ ਨੇ ਕਿ ਠੀਕ ਹੈ ਤੁਸੀਂ ਬੋਲੀ ਜਾਓ, ਅਸੀਂ ਨਹੀਂ ਬੋਲਣਾ। ਨਹੀਂ, ਤੁਸੀਂ ਮੈਨੂੰ ਇੱਕ ਗੱਲ ਸਮਝਾਓ ਕਿ ਅਗਰ ਇਹ ਕਹਿ ਰਹੇ ਨੇ ਕਿ ਪੰਜਾਬ ਦੀ ਇਮੇਜ ਖਰਾਬ ਹੋ ਰਹੀ ਹੈ, ਕਿ ਮੈਂ ਇਹ ਗੱਲ ਪੁੱਛ ਰਿਹਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਟਾਰਗੇਟ ਕਰਦੇ ਹੋ ਕਿ ਉਦੋਂ ਪੰਜਾਬ ਦਾ ਮੈਸੇਜ ਨਹੀਂ ਜਾ ਰਿਹਾ, ਕਿ ਬਾਹਰ ਉਦੋਂ ਪੰਜਾਬ ਦੀ ਇਮੇਜ ਨਹੀਂ ਖਰਾਬ ਹੋ ਰਹੀ? ਕੀ ਸਾਰੀ ਜ਼ਿੰਮੇਵਾਰੀ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸੀਨੀਅਰ ਲੀਡਰ ਨਹੀਂ ਨੇ? ਕਿ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਦੇ ਮੈਂਬਰ ਰਹੇ ਐਲਓਪੀ ਨਹੀਂ ਨੇ? ਕਿ ਵਿਕਰਮ ਜੇਠੀਆ ਸੀਨੀਅਰ ਲੀਡਰ ਨਹੀਂ ਨੇ? ਤੇ ਅਗਰ ਤੁਸੀਂ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਪਬਲਿਕ ਨੂੰ ਕੀ ਮੈਸੇਜ ਦੇ ਰਹੇ ਨੇ? ਕਿ ਉਹਨਾਂ ਦਾ ਮਿਆਰ ਇੰਨਾ ਗਿਰ ਚੁੱਕਿਆ ਕਿ ਉਹ ਚੁਣੇ ਹੋਏ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਟਾਰਗੇਟ ਕਰ ਰਹੇ ਨੇ ਕਿ ਮੁੱਦਿਆਂ ਦੀ ਗੱਲ ਨਾ ਕਰਕੇ ਆਪਣੀ ਮਤਲਬ ਤੁਹਾਨੂੰ ਲੱਗਦਾ ਕਿ ਵੱਡਾ ਦਿਲ ਤਾਂ ਉਹ ਵੀ ਦਿਖਾ ਸਕਦੇ, ਆਪਣੀ ਫਰਸਟ੍ਰੇਸ਼ਨ ਉੱਥੇ ਦਿਖਾ ਰਹੇ ਨੇ। ਨਹੀਂ, ਇਹ ਐਕਸ਼ਨ ਦਾ ਰਿਐਕਸ਼ਨ ਹੈ। ਮੈਂ ਇੱਕ ਮਿੰਟ ਗੱਲ ਕਰ ਰਿਹਾ, ਮੈਂ 1 ਮਿੰਟ ਗੱਲ ਕਰ ਰਿਹਾ ਖਿਆਲ ਸਾਹਿਬ, ਮੈਂ 1 ਮਿੰਟ ਗੱਲ ਗੌਰਵ ਸਾਹਿਬ, ਮੈਂ 1 ਮਿੰਟ ਇੱਕੋ ਹੀ ਗੱਲ ਕਰ ਰਿਹਾ ਕਿ ਅਗਰ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀਆਂ ਨਹੀਂ ਕੀਤੀਆਂ, ਇਸ ਤੋਂ ਪਹਿਲੇ ਮੁੱਖ ਮੰਤਰੀ ਨਹੀਂ ਬੋਲੇ, ਇਸ ਤੋਂ ਪਹਿਲੇ ਮੁੱਖ ਮੰਤਰੀ ਨਹੀਂ ਬੋਲੇ, ਇਸ ਤੋਂ ਪਹਿਲੇ ਮੁੱਖ ਮੰਤਰੀ ਨਹੀਂ ਬੋਲੇ, ਕਿ ਜੇ ਹੋਰ ਕੋਈ ਲੀਡਰ ਸੀਐਮ ਹੋਵੇ ਤਾਂ ਗੱਲ ਸਮਝ ਆਵੇ, ਲੇਕਿਨ ਇਸ ਤੋਂ ਪਹਿਲੇ ਮੁੱਖ ਮੰਤਰੀ ਨਹੀਂ ਬੋਲੇ। ਉਹਨਾਂ ਨੂੰ ਖੜਿਆਲ ਸਾਹਿਬ ਮੈਂ ਬਹੁਤ ਛੋਟਾ ਜਿਹਾ ਸਵਾਲ ਪੁੱਛਣਾ, ਮੈਂ ਕੰਕਲੂਡ ਕਰਾਂ। ਖੜਿਆਲ ਸਾਹਿਬ ਇਹ ਨਾ ਜੀ 2-3 ਗੱਲਾਂ ਬਹੁਤ ਕਹਿ ਗਏ। ਇਹਨਾਂ ਨੂੰ ਦੱਸੋ ਜੀ ਮਜੀਠੀਆ ਸਾਹਿਬ ਨੇ ਕਿੱਥੇ ਪਹਿਲ ਕੀਤੀ ਹੈ ਕੋਈ ਮੁੱਖ ਮੰਤਰੀ ਤੇ ਕਮੈਂਟ ਕਰਨ ਦੀ? ਇਹ ਐਕਸ਼ਨ ਦਾ ਰਿਐਕਸ਼ਨ ਹੋਇਆ ਹੈ, ਐਕਸ਼ਨ ਮੁੱਖ ਮੰਤਰੀ ਦਾ ਸੀ। ਚਲੋ ਖੜਿਆਲ ਸਾਹਿਬ ਬਹੁਤ ਛੋਟਾ ਜਿਹਾ ਸਟੇਟਮੈਂਟ ਸਾਰੀ ਸ਼ੁਰੂਆਤ ਮਜੀਠੀਆ ਨੇ ਕੀਤੀ ਹੈ, ਵਿਧਾਨ ਸਭਾ ਚ ਗਾਲ ਕੱਢ ਕੇ ਸਾਰੀ ਸ਼ੁਰੂਆਤ ਮਜੀਠੀਆ ਨੇ ਕੀਤੀ ਹੈ, 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 ਖੜਿਆਲ ਜੀ ਸਾਰੀ ਸ਼ੁਰੂਆਤ ਮਜੀਠੀਆ ਨੇ ਕੀਤੀ ਹੈ, ਸਾਰੀ ਸ਼ੁਰੂਆਤ ਇੱਕ ਸੈਕਿੰਡ ਸਰ, ਇੱਕ ਸੈਕਿੰਡ ਖੜਿਆਲ ਜੀ ਮੈਂ ਕੰਕਲੂਡ ਕਰਨਾ ਸਰ। ਤੁਹਾਡੀ ਗੱਲ ਆ ਗਈ, ਥੋੜੇ ਵੇਟ ਕਰੋ ਨਾ ਸਰ, ਥੋੜੇ ਦੇਖੋ ਨਹੀਂ ਸਮਝ ਆ ਰਿਹਾ ਸਰ, ਤੁਸੀਂ ਘਰ ਜਾ ਕੇ YouTube ਤੇ ਦੇਖ ਲਿਓ ਜੇ ਗੱਲ ਸਮਝ ਆ ਰਹੀ ਹੋਵੇ। ਮੈਂ ਉਹੀ ਕਹਿ ਰਿਹਾ ਨਾ ਕਿ ਗੱਲ ਨਹੀਂ ਸਮਝ ਆ ਰਹੀ ਹੋਈ। ਪਲੀਜ਼ ਥੋੜੇ ਨਹੀਂ ਮੈਨੂੰ ਕੰਕਲੂਡ ਕਰਨਾ। ਠੀਕ ਹੈ ਖੜਿਆਲ ਸਾਹਿਬ, ਬਹੁਤ ਛੋਟੀ ਜਿਹੀ ਸਟੇਟਮੈਂਟ ਕਿ ਜਦੋਂ ਆਪਾਂ ਸੀਐਮ ਨੂੰ ਵੱਡਾ ਦਿਲ ਕਰਨ ਦੀ ਗੱਲ ਕਹਿ ਰਹੇ ਹਾਂ, ਬਾਜਵਾ ਸਾਹਿਬ ਦੀ ਟਿੱਪਣੀ ਮੁੱਖ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਕਹੀ ਜਾ ਸਕਦੀ ਹੈ ਸਿੱਧੂ ਸਾਹਿਬ ਦੀ, ਕਿ ਜੇ ਵੱਡਾ ਦਿਲ ਦੀ ਜ਼ਿਕਰ ਹੋ ਰਿਹਾ ਤਾਂ ਸਿੱਧੂ ਸਾਹਿਬ ਵੀ ਬਹੁਤ ਵੱਡੇ ਲੀਡਰ ਰਹੇ, ਬਾਜਵਾ ਸਾਹਿਬ ਵੀ ਲੀਡਰ ਆਫ ਆਪੋਜੀਸ਼ਨ ਨੇ, ਉਹ ਵੀ ਦਿਖਾ ਸਕਦੇ ਨੇ ਵੱਡਾ ਦਿਲ। ਜਵਾਬ ਮੈਂ ਤੁਹਾਨੂੰ ਦੱਸਿਆ ਗੌਰਵ ਜੀ ਕਿ ਪਹਿਲਾਂ ਤਾਂ ਪੋਲੀਟੀਕਲ ਲੀਡਰ ਤੇ ਪੋਲੀਟੀਕਲ ਪਾਰਟੀ ਤੇ ਸਰਕਾਰ ਤੇ ਮੁੱਖ ਮੰਤਰੀ, these are two entirely different things। ਕਨਸਟੀਟਿਊਸ਼ਨਲ ਪੋਸਟ ਹੈ, ਦੂਜਾ ਕਨਸਟੀਟਿਊਸ਼ਨਲ ਪੋਸਟ ਤੇ ਨਹੀਂ ਹੈ। ਦੂਜੀ ਗੱਲ ਸਾਰਾ ਮਸਲਾ ਬਾਜਵਾ ਸਾਹਿਬ ਹੈਗੇ ਲੀਡਰ ਆਫ ਆਪੋਜੀਸ਼ਨ। ਲੀਡਰ ਮੈਂ ਦੱਸਦਾ ਲੀਡਰ ਆਫ ਆਪੋਜੀਸ਼ਨ ਦਾ ਬਿਆਨ, ਟਿੱਪਣੀਆਂ ਸਹੀ ਸੀ ਕਿ ਉਹਨਾਂ ਦੀ ਟਿੱਪਣੀਆਂ ਸਹੀ ਸੀ, ਕਿ ਉਹਨਾਂ ਦੀ ਟਿੱਪਣੀਆਂ ਸਹੀ ਸੀ, ਕਿ ਇਹਨਾਂ ਨੇ ਸਾਈਕਲ ਤੋਂ ਫੋਰਚੂਨਰ ਤੇ ਆਉਣਾ ਬਿਆਨ ਹੈ। ਬਾਕੀ ਸਿਰਫ ਗੱਲ ਇਹ ਨਹੀਂ ਹੈ ਕਿ ਮੁੱਦਾ ਹੈ ਕਿ ਇੱਥੇ ਬੜਾਪਨ ਦਿਖਾ ਸਕਦੇ ਆ ਤਾਂ ਅੱਜ ਵੀ ਦਿਖਾ ਸਕਦੇ ਆ। ਚਲੋ ਠੀਕ ਹੈ, ਬੜਾਪਨ ਦਿਖਾਇਆ ਹੈ ਤੇ ਅੱਜ ਵੀ ਬੜਾਪਨ ਦਿਖਾਉਣ। ਮੈਂ ਤਾਂ ਇੰਨੀ ਗੱਲ ਚਲੋ ਮੈਂ ਕੰਕਲੂਡ ਕਰਨਾ ਹੋਏਗਾ, ਮੈਂ ਵਿਚਾਲੇ ਰੋਕਦੇ ਆ, ਮੈਂ ਰਿਕਵੈਸਟ ਕਰੂੰਗਾ। ਠੀਕ ਹੈ ਸਰ, ਅੱਜ ਵੀ ਦਿਖਾ ਸਕਦੇ ਆ। ਠੀਕ ਹੈ ਚਲੋ ਮੈਂ ਵਿਚਾਲੇ ਰੋਕ ਰਿਹਾ। ਮਿੱਤਲ ਸਾਹਿਬ, ਖੜਿਆਲ ਸਾਹਿਬ, ਸਮਾਂ ਖਤਮ ਹੋ ਚੱਲਿਆ ਹੈ। ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਾਂ ਖਤਮ ਹੋ ਗਿਆ ਸਰ, ਤੁਹਾਡੀ ਆਵਾਜ਼ ਨਹੀਂ ਜਾ ਪਾਏਗੀ। ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੈਰ ਹੁਣ ਇਹ ਤਹਿਜ਼ੀਬ ਵਾਲੀ ਗੱਲ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ, ਉਹ ਪੁਆਇੰਟ ਤੇ ਪਹੁੰਚੇਗੀ ਕਿਵੇਂ ਗੱਲ? ਚਰਚਾ ਤੋਂ ਬਾਅਦ ਤਾਂ ਉਹ ਸਿੱਟਾ ਜਾਂ ਕਹੀਏ ਕਿ ਪੁਆਇੰਟ ਲੱਭ ਨਹੀਂ ਪਾਏ ਆਪਾਂ।
ਹੁਣ ਗੱਲ ਇਹ ਹੈ ਕਿ ਇਸ ਚਰਚਾ ਨੂੰ ਸ਼ੁਰੂਆਤ ਆਪਾਂ ਦੋ ਲਾਈਨਾਂ ਦੇ ਨਾਲ ਕਰਦੇ ਹਾਂ, ਤੁਸੀਂ ਪਹਿਲਾਂ ਵੀ ਸੁਣੀਆਂ ਹੋਣਗੀਆਂ ਔਰ ਉਸ ਦਾ ਅਰਥ ਬਹੁਤ ਕੁਝ ਬਿਆਨ ਕਰਦਾ ਹੈ। ਲਾਈਨਾਂ ਨੇ ਕਿ ਬੋਲਬਾਣੀ ਵਿੱਚੋਂ ਬੰਦੇ ਦੀ ਔਕਾਤ ਬੋਲਦੀ, ਬੋਲਬਾਣੀ ਜਾਂਦੀ ਸਾਰੇ ਭੇਦ ਖੋਲਦੀ, ਬੋਲਬਾਣੀ ਵਿੱਚੋਂ ਬੰਦੇ ਦੀ ਔਕਾਤ ਬੋਲਦੀ। ਉਮੀਦ ਹੈ ਕਿ ਇਸ ਚੀਜ਼ ਨੂੰ ਆਪਾਂ ਸਾਰੇ ਸਿਆਸਤਦਾਨ, ਹਰ ਕੋਈ ਸਮਝਦਾ ਹੈ ਔਰ ਸਮਝੇਗਾ ਵੀ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।